ਸਤਿ ਸ਼੍ਰੀ ਅਕਾਲ ਦੋਸਤੋ। ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਜੀਕੇ ਦੀ MCQ ਸੀਰੀਜ਼ ਜੋ ਆਪਾਂ ਸਟਾਰਟ ਕੀਤੀ ਹੋਈ ਹੈ, ਪੰਜਾਬ ਦੇ ਆਉਣ ਵਾਲੇ ਪੇਪਰ ਜਿਵੇਂ ਕਿ ਮਾਸਟਰ ਕੇਡਰ, ਪਟਵਾਰੀ, PAU ਦੇ ਵਿੱਚ ਕੰਪਿਊਟਰ ਆਪਰੇਟਰ, ਠੀਕ ਹੈ ਜੀ, ਅਤੇ ਤੁਹਾਡਾ ਵਕਫ ਬੋਰਡ, ਫੋਰੈਸਟਰ ਐਂਡ ਫੋਰੈਸਟ ਗਾਰਡ ਚੰਡੀਗੜ੍ਹ ਦੇ ਵਿੱਚ ਪੋਸਟਾਂ ਆਈਆਂ ਹੋਈਆਂ ਨੇ। ਤਾਂ ਆਉਣ ਵਾਲੇ ਅਗਲੇ ਪੇਪਰ ਜਿੰਨੇ ਕਿ ਪੰਜਾਬ ਦੇ ਨਾਲ ਸੰਬੰਧਿਤ ਹੋਣਗੇ ਉਹਨਾਂ ਦੀ ਇਹ ਵੀਡੀਓਜ਼ ਤੁਹਾਨੂੰ ਬਹੁਤ ਹੈਲਪ ਕਰਨਗੀਆਂ। ਮੈਂ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਕੀ ਹੈ ਪੰਜਾਬੀ ਦੇ ਵਿੱਚ ਵੀ ਅਪਲੋਡ ਕਰਦਾ, ਹਿੰਦੀ ਦੇ ਵਿੱਚ ਵੀ ਅਪਲੋਡ ਕਰਦਾ। ਕਈ ਬੱਚਿਆਂ ਨੂੰ ਕੰਪਿਊਟਰ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ, ਤਾਂ ਆਪਾਂ ਕੰਪਿਊਟਰ ਦੇ ਨਾਲ ਰਿਲੇਟਡ ਵੀ ਕੀ ਹੈ ਪਲੇਲਿਸਟ ਦੇ ਵਿੱਚ ਵੀਡੀਓਜ਼ ਪਾਈਆਂ ਹੋਈਆਂ ਨੇ। ਤਾਂ ਉੱਥੇ ਜਾ ਕੇ ਤੁਸੀਂ ਕੀ ਹੈ ਜੀ ਡਿਫਰੈਂਟ ਟਾਈਪਸ ਆਫ ਵੀਡੀਓਜ਼ ਦੇਖ ਸਕਦੇ ਹੋ। ਤਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਐਟ ਦਾ ਲਖਨਊ ਸੈਂਟਰ ਹੂ ਵਾਜ਼ ਦਾ ਇੰਡੀਅਨ ਲੀਡਰ। ਦੇਖੋ ਜੀ ਇੱਥੇ ਕੁਐਸਚਨ ਕੀ ਹੈ ਜੀ, ਜਦੋਂ 1857 ਦਾ ਵਿਦਰੋਹ ਹੋਇਆ, ਠੀਕ ਹੈ, ਤਾਂ ਉਦੋਂ ਲਖਨਊ ਦੇ ਵਿੱਚ ਇੰਡੀਅਨ ਲੀਡਰ ਸੀ ਜੋ ਲੀਡ ਕਰ ਰਿਹਾ ਸੀ, ਉਹ ਕੌਣ ਸੀ? ਤਾਂ ਇੱਥੇ ਜਿਹੜਾ ਪਹਿਲਾਂ ਆਪਾਂ ਸਵਾਲ ਦਾ ਜਵਾਬ ਦੇ ਦਿੰਦੇ ਹਾਂ। ਤਾਂ ਲਖਨਊ ਦੇ ਵਿੱਚ ਜੀ ਕੌਣ ਸੀਗਾ? ਬੇਗਮ ਹਜ਼ਰਤ ਮਹਿਲ। ਬੇਗਮ ਹਜ਼ਰਤ ਮਹਿਲ ਲਖਨਊ ਦੇ ਵਿੱਚ ਸੀਗੇ। ਦੇਖੋ ਜੀ ਜਿਹੜਾ 1857 ਦਾ ਵਿਦਰੋਹ ਹੈ ਇਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਸਪਾਈ ਆਫ ਮਿਊਟਨੀ, ਠੀਕ ਹੈ, ਸਿਪਾਹੀਆਂ ਦਾ ਵਿਦਰੋਹ ਵੀ ਕਿਹਾ ਜਾਂਦਾ ਜੀ। ਇਸ ਟਾਈਮ ਜਿਹੜਾ ਆਪਣਾ ਵਾਇਸਰਾਏ ਸੀਗਾ ਉਹ ਕੌਣ ਸੀਗਾ ਜੀ? ਲਾਰਡ ਕੈਨਿੰਗ ਸੀਗਾ, ਠੀਕ ਹੈ ਜੀ। ਤਰ੍ਹਾਂ ਦੇ ਮਤਲਬ ਕੀ ਸੀ ਇਹਦੇ ਵਿੱਚ ਕਾਰਨ ਸੀਗੇ ਜਿਹੜਾ 1857 ਦਾ ਵਿਦਰੋਹ ਹੋਇਆ ਸੀ। ਇੱਕ ਤਾਂ ਜੀ ਕੀ ਸੀਗਾ, ਇਨਫੀਲਡ ਰਾਈਫਲਸ ਸੀਗੀਆਂ ਜਿਹੜੀਆਂ ਉਹ ਯੂਜ਼ ਕਰਨ ਲੱਗ ਗਏ ਸੀ ਬ੍ਰਿਟਿਸ਼ਰਸ ਆਰਮੀ ਦੇ ਵਿੱਚ, ਠੀਕ ਹੈ। ਅਤੇ ਜਿਵੇਂ ਆਪਣਾ ਦਿੱਲੀ ਦੇ ਵਿੱਚ ਕੀ ਸੀਗਾ ਜੀ, ਨਾਨਾ ਸਾਹਿਬ ਤਾਂਤੀਆ ਟੋਪੇ, ਇਹਨਾਂ ਦੀ ਕੀ ਸੀਗੀ ਪੈਨਸ਼ਨ ਸੀਗੀ ਜਿਹੜੀ ਨਾਨਾ ਸਾਹਿਬ ਦੀ, ਉਹ ਕੀ ਕਰਤੀ ਸੀ? ਬੰਦ ਕਰਤੀ ਸੀ ਬ੍ਰਿਟਿਸ਼ ਗੌਰਮੈਂਟ ਨੇ। ਅਤੇ ਜਿਹੜਾ ਦਿੱਲੀ ਦੇ ਵਿੱਚ ਉਦੋਂ ਰਾਜਾ ਸੀ ਬਹਾਦਰ ਸ਼ਾਹ ਦੂਜਾ ਜਾਂ ਬਹਾਦਰ ਸ਼ਾਹ ਜ਼ਫਰ ਕਹਿੰਦੇ ਆ, ਉਹਨੂੰ ਵੀ ਇੰਗਲਿਸ਼ ਕੀ ਸੀਗੇ ਉੱਥੇ ਕਾਬਜ਼ ਹੋਣ ਲੱਗ ਗਏ ਸੀ। ਅਤੇ ਕੁਛ ਕੁ ਜਿਹੜੀਆਂ ਸਟੇਟਾਂ ਸੀ ਉੱਥੇ ਕੀ ਸੀਗਾ ਜੀ, ਇੱਕ ਰੂਲ ਪਾਸ ਕਰਤਾ ਸੀਗਾ ਲਾਰਡ ਡਲਹੌਜੀ ਨੇ, ਜਿਹਦਾ ਨਾਮ ਸੀਗਾ ਡਾਕਟਰਾਈਨ ਆਫ ਲੈਪਸ, ਜਿਹਦੇ ਤਹਿਤ ਕੀ ਸੀਗਾ ਜੀ, ਕੋਈ ਵੀ ਅਡੋਪਟਡ ਸਨ ਹੈ ਕਿਸੇ ਵੀ ਰਾਜੇ ਦਾ, ਉਹ ਕੀ ਹੈ ਜੀ ਰਾਜਾ ਨਹੀਂ ਬਣ ਸਕਦਾ। ਤਾਂ ਇਹ ਸਾਰੇ ਜਿਹੜੇ ਪੁਆਇੰਟ ਮਿਲ ਕੇ ਕੀ ਕਰਦੇ ਆ ਜੀ 1857 ਦੇ ਵਿਦਰੋਹ ਦਾ ਕਾਰਨ ਬਣਦੇ ਨੇ, ਠੀਕ ਹੈ। ਤਾਂ ਪੇਪਰ ਦੇ ਵਿੱਚ ਤੁਹਾਨੂੰ ਕੀ ਹੈ ਜੀ ਡਿਫਰੈਂਟ ਸੈਂਟਰ ਦੇ ਵਿੱਚ ਪੁੱਛ ਲੈਣਗੇ ਵੀ ਕੌਣ ਇੰਡੀਅਨ ਲੀਡਰ ਸੀ ਅਤੇ ਜਿਹੜਾ ਅੰਗਰੇਜ਼ਾਂ ਦੇ ਤਰਫੋਂ ਸੀਗਾ ਉਹ ਕੌਣ ਸੀਗਾ, ਠੀਕ ਹੈ। ਤਾਂ ਇਹ ਪੁੱਛ ਸਕਦੇ ਤੁਹਾਨੂੰ। ਦੇਖੋ ਜੀ ਸਪਾਈ ਆਫ ਮਿਊਟਨੀ ਕਹਿੰਦੇ ਨੇ 1857 ਦੇ ਵਿਦਰੋਹ ਨੂੰ। ਲਾਰਡ ਕੈਨਿੰਗ ਉਦੋਂ ਵਾਇਸਰਾਏ ਸੀਗਾ। ਕੁਏਰ ਸਿੰਘ ਐਂਡ ਅਮਰ ਸਿੰਘ, ਇਹ ਯਾਦ ਰੱਖਣਾ ਤੁਸੀਂ, ਇਹ ਕਿੱਥੇ ਸੀਗੇ ਜੀ? ਇਹ ਸੀਗੇ ਜੀ ਜਗਦੀਸ਼ਪੁਰ, ਬਿਹਾਰ ਦੇ ਕੋਲੇ ਹੈ ਜੀ ਜਗਦੀਸ਼ਪੁਰ। ਤਾਂ ਪੇਪਰ 'ਚ ਪੁੱਛ ਸਕਦੇ ਨੇ ਕਿੱਥੇ ਸੀ ਜੀ? ਜਗਦੀਸ਼ਪੁਰ। ਲਿਆਕਤ ਅਲੀ ਕਿੱਥੋਂ ਸੀਗੇ ਜੀ ਇੰਡੀਅਨ ਲੀਡਰ, ਕਿੱਥੋਂ ਰਿਪਰੈਜ਼ੈਂਟ ਕਰ ਰਹੇ ਸੀਗੇ? ਤਾਂ ਇਹ ਕਰ ਰਹੇ ਸੀਗੇ ਜੀ ਇਲਾਹਾਬਾਦ। ਸੁਪਰ ਇੰਪੋਰਟੈਂਟ ਹੈ, ਧਿਆਨ ਰੱਖਿਓ। ਨਾਨਾ ਸਾਹਿਬ ਅਤੇ ਤਾਂਤੀਆ ਟੋਪੇ ਇਹ ਕਿੱਥੋਂ ਸੀਗੇ ਜੀ? ਇਹ ਸੀਗੇ ਕਾਨਪੁਰ ਤੋਂ, ਠੀਕ ਹੈ। ਅਤੇ ਜੇਕਰ ਪੁੱਛਣ ਬਹਾਦਰ ਸ਼ਾਹ ਜ਼ਫਰ ਜਾਂ ਬਹਾਦਰ ਸ਼ਾਹ ਟੂ, ਉਸ ਸਮੇਂ ਲਾਸਟ ਰਾਜਾ ਸੀਗਾ ਜੀ ਮੁਗਲ ਵੰਸ਼ ਦਾ, ਠੀਕ ਹੈ, 1857 ਦੇ ਟਾਈਮ ਪੀਰੀਅਡ ਵੇਲੇ। ਅਤੇ ਇਹਨਾਂ ਦੇ ਵਿੱਚ ਜਿਹੜਾ ਬ੍ਰਿਟਿਸ਼ ਸੁਪਰੈਸਰ ਸੀਗਾ, ਮਤਲਬ ਬ੍ਰਿਟਿਸ਼ ਵੱਲੋਂ ਕੌਣ ਲੜ ਰਿਹਾ ਸੀ? ਤਾਂ ਉਹ ਲੜ ਰਿਹਾ ਸੀਗਾ ਜੀ ਜੌਹਨ ਨਿਕਲਸਨ। ਇੰਪੋਰਟੈਂਟ ਹੈ ਜੀ, ਜੌਹਨ ਨਿਕਲਸਨ। ਅਤੇ ਬਹਾਦਰ ਸ਼ਾਹ ਟੂ ਦੇ ਨਾਲ ਇਹਦੇ ਨਾਲ ਇੱਕ ਇਹਦਾ ਕਮਾਂਡਰ ਸੀਗਾ ਜੀ ਜਿਹਦਾ ਨਾਮ ਸੀਗਾ ਬਖਤ ਖਾਨ, ਇਹ ਵੀ ਯਾਦ ਰੱਖਣਾ ਤੁਸੀਂ, ਠੀਕ ਹੈ ਜੀ। ਰਾਣੀ ਝਾਂਸੀ ਕਿੱਥੋਂ ਸੀਗੇ ਜੀ? ਰਾਣੀ ਝਾਂਸੀ ਕਿੱਥੋਂ ਰਿਪਰੈਜ਼ੈਂਟ ਕਰ ਰਹੀ ਸੀ? ਤਾਂ ਇਹ ਕਰ ਰਹੀ ਸੀ ਜੀ ਝਾਂਸੀ ਵੱਲੋਂ, ਝਾਂਸੀ ਤੋਂ। ਅਤੇ ਬ੍ਰਿਟਿਸ਼ ਸੁਪਰੈਸਰ ਕੌਣ ਸੀਗਾ, ਮਤਲਬ ਅੰਗਰੇਜ਼ਾਂ ਦੀ ਤਰਫੋਂ ਕੌਣ ਲੜ ਰਿਹਾ ਸੀ ਰਾਣੀ ਝਾਂਸੀ ਦੇ ਖਿਲਾਫ? ਤਾਂ ਇਹ ਸੀਗਾ ਜੀ ਹਿਊਜ਼ ਰੋਸ। ਤਾਂ ਹਿਊਜ਼ ਰੋਸ ਨੇ ਕੀ ਕਿਹਾ ਸੀਗਾ ਜੀ, ਇਹ ਤੋਂ ਬਾਅਦ ਬਰੇਵੈਸਟ ਮਿਲਟਰੀ ਲੀਡਰ ਕਿਹਾ ਸੀਗਾ ਕਿਹਨੂੰ? ਰਾਣੀ ਝਾਂਸੀ ਨੂੰ। ਤਾਂ ਪੇਪਰ 'ਚ ਪੁੱਛ ਸਕਦੇ ਨੇ ਬਰੇਵੈਸਟ ਐਂਡ ਨੋਬਲ ਲੀਡਰ, ਮਿਲਟਰੀ ਲੀਡਰ ਜਿਹੜੀ ਸੀਗੀ ਉਹਦਾ ਖਿਤਾਬ ਜਾਂ ਉਹਦੇ ਬਾਰੇ ਕੁਛ ਕੁ ਲਾਈਨਾਂ ਕਿਹਨੇ ਕਹੀਆਂ ਸੀ?
ਤਾਂ ਹਿਊਜ ਰੋਸ ਨੇ ਕਹੀਆਂ ਸੀ ਕਿਹਦੇ ਬਾਰੇ, ਰਾਣੀ ਝਾਂਸੀ ਦੇ ਬਾਰੇ। ਠੀਕ ਹੈ ਜੀ, ਇੰਨੀ ਗੱਲ ਯਾਦ ਰੱਖਿਓ। ਨਾਨਾ ਸਾਹਿਬ ਦਾ ਜਿਹੜਾ ਓਰੀਜਨਲ ਨੇਮ ਹੈ ਜੀ ਉਹ ਕੀ ਹੈ ਜੀ, ਦਾਦੂ ਪੰਥ। ਦਾਦੂ ਪੰਥ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ, ਸੁਪਰ ਇੰਪੋਰਟੈਂਟ ਹੈ। ਤਾਂਤੀਆ ਟੋਪੇ ਦਾ ਕੀ ਸੀਗਾ ਜੀ ਓਰੀਜਨਲ ਨੇਮ ਜੀ, ਰਾਮਚੰਦਰਨ ਪਾਂਡੂਰੰਗ, ਰਾਮਚੰਦਰਨ ਪਾਂਡੂਰੰਗ। ਠੀਕ ਹੈ ਜੀ, ਯਾਦ ਰੱਖਿਓ, ਸੁਪਰ ਇੰਪੋਰਟੈਂਟ ਹੈ। ਜਿਹੜਾ 1857 ਦਾ ਵਿਦਰੋਹ ਸੀ ਇਹ ਸਟਾਰਟ ਕਦੋਂ ਹੋਇਆ ਜੀ, 10 ਮਈ 1857 ਨੂੰ। ਠੀਕ ਹੈ, ਕਿੱਥੋਂ ਸਟਾਰਟ ਹੋਇਆ ਜੀ, ਮੇਰਠ ਤੋਂ। ਸੁਪਰ ਇੰਪੋਰਟੈਂਟ, ਯਾਦ ਰੱਖਿਓ 10 ਮਈ 1857 ਨੂੰ ਕੀ ਹੈ ਜੀ, ਵਿਦਰੋਹ ਹੈ ਜਿਹੜਾ ਸਟਾਰਟ ਹੋਇਆ ਸੀ, ਮੇਰਠ ਤੋਂ ਸਟਾਰਟ ਹੋਇਆ ਸੀ। ਜਿਹੜਾ ਮੰਗਲ ਪਾਂਡੇ, ਇੱਥੋਂ ਯਾਦ ਰੱਖ ਸਕਦੇ ਹੋ ਜੀ, ਮੰਗਲ ਪਾਂਡੇ ਸੀ, ਇਹਨੇ ਦੋ ਜਿਹੜੇ ਇੰਗਲਿਸ਼ ਆਫੀਸਰਸ ਸੀਗੇ ਜਿਹੜੇ ਉਹ ਮਾਰਦੇ ਸੀ, ਜਿਹਦਾ ਨਾਮ ਸੀ ਹਿਊਜਸਨ ਐਂਡ ਬੌਗ। ਠੀਕ ਹੈ ਜੀ, ਇੰਨੀ ਗੱਲ ਧਿਆਨ ਦੇ ਵਿੱਚ ਰੱਖਿਓ। The first session of Indian National Congress was held at ਇੰਡੀਅਨ ਨੈਸ਼ਨਲ ਕਾਂਗਰਸ INC ਦਾ ਜਿਹੜਾ ਪਹਿਲਾ ਸੈਸ਼ਨ ਹੋਇਆ ਉਹ ਕਿੱਥੇ ਹੋਇਆ, ਤਾਂ ਇਹ ਹੋਇਆ ਜੀ ਤੁਹਾਡਾ ਬੰਬੇ ਦੇ ਵਿੱਚ। ਠੀਕ ਹੈ ਜੀ, ਬੀ ਆਪਸ਼ਨ ਇਹਦਾ ਸਹੀ ਹੈ। ਜੇ ਪੇਪਰ ਦੇ ਵਿੱਚ ਪੁੱਛ ਲੈਣ ਬੰਬੇ ਤੋਂ ਪਹਿਲਾਂ ਕਿੱਥੇ ਪਲਾਨ ਹੋਇਆ ਸੀ, ਤਾਂ ਇਹ ਹੋਇਆ ਸੀਗਾ ਜੀ ਪੂਨੇ ਦੇ ਵਿੱਚ। ਠੀਕ ਹੈ, ਉੱਥੇ ਕੋਲਰਾ ਫੈਲ ਗਿਆ ਸੀਗਾ, ਡਿਊ ਟੂ ਕੋਲਰਾ ਇਹ ਸ਼ਿਫਟ ਕਰਤਾ ਸੀ ਕਿੱਥੇ ਜੀ, ਬੰਬੇ। ਕਲੀਅਰ ਹੈ ਜੀ ਇੰਨੀ ਗੱਲ। ਦੂਜੀ ਗੱਲ, INC ਦੀ ਜਿਹੜੀ ਫਾਰਮੇਸ਼ਨ ਹੈ ਉਹ ਕਦੋਂ ਹੋਈ ਹੈ ਜੀ, 1885 ਦੇ ਵਿੱਚ ਹੋਈ ਹੈ। ਕਿਹਦੇ ਦੁਆਰਾ, ਇੰਗਲਿਸ਼ ਆਫੀਸਰ ਸੀਗਾ ਜੀ AO ਹਿਊਮ। AO ਹਿਊਮ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਹਰਮਿਟ ਆਫ ਸ਼ਿਮਲਾ। ਸੁਪਰ ਇੰਪੋਰਟੈਂਟ ਹੈ ਜੀ, ਪੇਪਰ ਦੇ ਵਿੱਚ ਪੁੱਛਿਆ ਹੋਇਆ। ਕਲੀਅਰ ਹੈ ਜੀ, ਜਿੰਨਾ ਚਿਰ ਆਪਾਂ ਕੀ ਹੈ 1 ਤੋਂ 10 ਕੁਐਸਚਨ ਹੈ ਜਿਹੜੇ ਨਾ ਕਰੀਏ ਉਹਨਾਂ ਚਿਰ ਸਾਡੀ ਕੀ ਹੈ ਜੀ ਜਿਹੜੀ ਪੜ੍ਹਾਈ ਆ ਉਹ ਮਤਲਬ ਇੰਨਾ ਕੁ ਜ਼ਿਆਦਾ ਸਾਨੂੰ ਨੰਬਰ ਆਉਣ ਦੀ ਜਾਂ ਕੌਨਫੀਡੈਂਸ ਦੀ ਕੀ ਹੈ ਜੀ, ਕੌਨਫੀਡੈਂਸ ਦੇ ਵਿੱਚ ਵਾਧਾ ਨਹੀਂ ਹੁੰਦਾ ਜਿੰਨਾ ਚਿਰ ਆਪਾਂ ਕੀ ਕਰੀਏ ਜੀ ਉਹੀ ਚੀਜ਼ ਨੂੰ ਰਿਵਾਈਜ਼ ਕਰੀ ਜਾਈਏ। ਮੇਰਾ ਮੰਤਵ ਇਹੀ ਹੈ ਵੀ ਆਪਾਂ ਕੁਐਸਚਨ ਸਿੱਧੇ ਯਾਦ ਕਰਕੇ ਇੱਥੇ ਮੈਂ ਤੁਹਾਨੂੰ ਆਨਸਰ ਦੱਸੀ ਚੱਲਾਂ ਤਾਂ ਉਹਦਾ ਮਤਲਬ ਕੀ ਹੈ, ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ। ਜਿੰਨਾ ਚਿਰ ਤੁਸੀਂ ਰਿਵੀਜ਼ਨ ਨਹੀਂ ਕਰਦੇ, ਤੁਸੀਂ ਉਹੀ ਚੀਜ਼ਾਂ ਦੁਬਾਰਾ ਨਹੀਂ ਸੁਣਦੇ, ਤਾਂ ਉਹਨਾਂ ਚਿਰ ਤੁਹਾਡੀ ਤਿਆਰੀ ਹੈ ਜਿਹੜੀ ਉਹ 100% ਨਹੀਂ ਕੰਪਲੀਟ ਹੁੰਦੀ। ਠੀਕ ਹੈ ਜੀ, ਤਾਂ ਪਲੀਜ਼ ਧਿਆਨ ਨਾਲ ਸੁਣਿਆ ਕਰੋ। ਜਿਹੜੀ ਐਕਸਟਰਾ ਇਨਫੋਰਮੇਸ਼ਨ ਹੈ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੈ, ਇਹ ਤੁਹਾਡਾ ਕੌਨਫੀਡੈਂਸ ਵਧਾਉਂਦੀ ਹੈ। ਠੀਕ ਹੈ ਜੀ, 1885 ਦੇ ਵਿੱਚ AO ਹਿਊਮ ਦੇ ਦੁਆਰਾ ਹਰਮਿਟ ਆਫ ਸ਼ਿਮਲਾ। 1885 ਦੇ ਵਿੱਚ ਜਦੋਂ ਆਪਣੀ INC ਬਣੀ ਤਾਂ ਪੇਪਰ 'ਚ ਪੁੱਛ ਸਕਦੇ ਆ ਕਿ ਗਵਰਨਰ ਵਾਇਸਰਾਏ ਕੌਣ ਸੀਗਾ, ਤਾਂ ਵਾਇਸਰਾਏ ਸੀਗਾ ਜੀ ਲਾਰਡ ਡਫਰੀਨ। ਕਲੀਅਰ ਹੈ ਜੀ, ਲਾਰਡ ਡਫਰੀਨ ਸੀਗਾ। ਤਾਂ ਤੁਸੀਂ ਯਾਦ ਰੱਖ ਸਕਦੇ ਹੋ ਪਹਿਲਾ ਜਿਹੜਾ ਸੈਸ਼ਨ ਹੋਇਆ 28 ਦਸੰਬਰ 1885 ਨੂੰ ਹੋਇਆ। ਠੀਕ ਹੈ ਜੀ, ਇਹਦੇ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਸੀਗੇ ਉਹ ਸੀਗੇ ਜੀ WC ਬੈਨਰਜੀ, ਬੋਮੇਸ਼ ਚੰਦਰ ਬੈਨਰਜੀ। ਠੀਕ ਹੈ ਜੀ, ਯਾਦ ਰੱਖਣਾ ਹੈ ਬੋਮੇਸ਼ ਚੰਦਰ ਬੈਨਰਜੀ। 72 ਜਿਹੜੇ ਡੈਲੀਗੇਟਸ ਸੀਗੇ ਇਹਦੇ ਵਿੱਚ ਕੀ ਸੀਗੇ ਜੀ, ਹਾਜ਼ਰ ਸੀਗੇ, ਮਤਲਬ ਆਏ ਸੀਗੇ। ਪਹਿਲੀ ਕਾਨਫਰੰਸ ਦੇ ਵਿੱਚ ਪੇਪਰ 'ਚ ਪੁੱਛ ਸਕਦੇ ਆ, ਡੈਲੀਗੇਟਸ ਮਤਲਬ ਮੈਂਬਰਸ, ਕਿੰਨੇ ਮੈਂਬਰ ਸੀਗੇ ਜੀ, 72 ਮੈਂਬਰ ਸੀਗੇ। ਪ੍ਰੈਜ਼ੀਡੈਂਟ ਕੌਣ ਸੀ, WC ਬੈਨਰਜੀ। WC ਬੈਨਰਜੀ ਨੂੰ ਤੁਸੀਂ RD ਬੈਨਰਜੀ ਦੇ ਨਾਲ ਕਨਫਿਊਜ਼ ਨਾ ਕਰ ਜਿਓ। ਠੀਕ ਹੈ, ਉਹ RD ਬੈਨਰਜੀ ਵੀ ਆਪਸ਼ਨ 'ਚ ਪਾਊਗਾ। RD ਬੈਨਰਜੀ, ਰਖੁਲਦਾਸ ਬੈਨਰਜੀ, ਇਹਨਾਂ ਨੇ ਕੀ ਕੀਤਾ ਸੀਗਾ ਜੀ, ਮੋਹਨਜੋਦਾੜੋ ਦੀ ਕੀ ਹੈ ਜੀ ਖੋਜ ਕੀਤੀ ਸੀ, ਇੰਦਸ ਵੈਲੀ ਸਿਵਲਾਈਜੇਸ਼ਨ ਦੇ ਵੇਲੇ। ਠੀਕ ਹੈ ਜੀ, ਤਾਂ ਐਡੀ ਦੂਰ ਨਹੀਂ ਆਪਾਂ ਜਾਂਦੇ। WC ਬੈਨਰਜੀ ਫਸਟ ਸੈਸ਼ਨ ਦਾ ਪ੍ਰੈਜ਼ੀਡੈਂਟ ਸੀ। ਪਹਿਲਾ ਸੈਸ਼ਨ ਹੋਇਆ ਕਦੋਂ, 28 ਦਸੰਬਰ 1885। ਜਿਹੜੇ ਡੈਲੀਗੇਟਸ ਸੀਗੇ ਉਹ ਕਿੰਨੇ ਸੀਗੇ ਜੀ, 72 ਡੈਲੀਗੇਟਸ ਸੀਗੇ। ਤੇ ਹੋਰ ਪੁੱਛ ਸਕਦੇ ਪੇਪਰ ਦੇ ਵਿੱਚ ਕਿ ਇਹ ਜਿਹੜੀ ਪਹਿਲਾ ਸੈਸ਼ਨ ਹੋਇਆ ਇਹ ਕਿੱਥੇ ਹੋਇਆ ਜੀ, ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ ਦੇ ਵਿੱਚ। ਠੀਕ ਹੈ ਜੀ, ਇੰਨੀ ਗੱਲ ਧਿਆਨ 'ਚ ਰੱਖਿਓ। ਤਾਂ ਇਹ ਜਿਹੜੇ ਪਹਿਲੇ 4 ਸੈਸ਼ਨ ਨੇ ਨਾ ਤੁਸੀਂ ਈਅਰ ਯਾਦ ਰੱਖਣੇ ਆ। ਪਹਿਲਾ ਹੋਇਆ ਜੀ 1885 ਦੇ ਵਿੱਚ, ਦੂਜਾ ਹੋਇਆ ਜੀ 1886 ਦੇ ਵਿੱਚ, ਤੀਜਾ ਹੋਇਆ ਜੀ 1887 ਦੇ ਵਿੱਚ, ਚੌਥਾ ਹੋਇਆ ਜੀ 1888 ਦੇ ਵਿੱਚ। ਠੀਕ ਹੈ, ਪਹਿਲਾ ਹੋਇਆ ਜੀ ਬੰਬੇ ਦੇ ਵਿੱਚ, ਦੂਜਾ ਹੋਇਆ ਜੀ 1886 ਵਾਲਾ ਕਲਕੱਤਾ ਦੇ ਵਿੱਚ, ਤੀਜਾ ਜੀ ਮਦਰਾਸ, ਚੌਥਾ ਜੀ ਇਲਾਹਾਬਾਦ। ਕਲੀਅਰ ਹੈ ਜੀ, ਤਾਂ ਯਾਦ ਰੱਖਿਓ ਕਲਕੱਤਾ ਦੇ ਵਿੱਚ ਜਿਹੜਾ ਦੂਜਾ INC ਦਾ ਪ੍ਰੈਜ਼ੀਡੈਂਟ ਸੀ ਉਹ ਕੌਣ ਸੀਗੇ ਜੀ, ਦਾਦਾ ਭਾਈ ਨਹਿਰੂ ਜੀ। ਇੰਨੀ ਗੱਲ ਵੀ ਯਾਦ ਰੱਖਿਓ।
ਇੱਥੇ ਜਿਹੜੇ ਡੈਲੀਗੇਟਸ ਸੀਗੇ ਉਹ ਕਿੰਨੇ ਹੋ ਗਏ ਸੀਗੇ ਜੀ 436 ਡੈਲੀਗੇਟਸ मतलब ਮੈਂਬਰਸ क्लियर है जी याद रखियो इंपॉर्टेंट है हाउ मैनी टाइम्स गांधी जी वाज इलैक्टेड द प्रेजिडेंट ऑफ INC सुपर इंपॉर्टेंट क्वेश्चन है तो इसका जो सही आंसर है जी वो है जी 1 टाइम एक बार ही गांधी जी की ने जी INC के प्रेजिडेंट बने ने तो पेपर च ईयर पूछ सकते हैं कदों बने ने 1924 बेलगाम सैशन दे विच कित्थे लग्या सीगा जी ये बेलगाम कित्थे है जी ये करनाटका दे विच तब याद रख सकते हो तुसीं सिर्फ इक्को ही सैशन है जिहड़ा उहदे प्रेजिडेंट बने सी गांधी जी ठीक है तो जे कुछ भी होर इन्फॉर्मेशन दिंदा है तो तुसीं की है जी गलत कर देनी है ठीक है तो एक टाइम है जिहड़े गांधी जी INC के प्रेजिडेंट बने गांधी साउथ अफ्रीका कदों गए जी 1893 ਦੇ ਵਿੱਚ ਡਿਪਰੈਚਰ ਆਫ ਸਾਊਥ ਅਫਰੀਕਾ 1893 ठीक है ਇਹਨਾਂ ਨੂੰ 1914 ਦੇ ਵਿੱਚ सुपर इंपॉर्टेंट गल है जी 1914 ਦੇ ਵਿੱਚ ਕੀ ਹੈ ਜੀ केसरे हिंद अवार्ड मिलिया केसरे हिंद अवार्ड पेपर ਦੇ ਵਿੱਚ ਪੁੱਛ ਸਕਦੇ ਕਿਹਨੂੰ ਮਿਲਿਆ ਜੀ महात्मा गांधी ਨੂੰ कदों 1914 ठीक है इत्थे मैं लिखदा दोबारे 1914 क्लीयर है जी याद रखियो बट जिहड़ा ये केसरे हिंद अवार्ड है जी ये इन्हां ने 1919 ਜਦੋਂ ਜਲਿਆਂਵਾਲੇ ਬਾਗ ਦੀ ਦਾ ਮੈਸਕਰੇ ਹੋਇਆ ਜੀ ਠੀਕ ਹੈ ਘਟਨਾ ਹੋਈ ਹੈ ਜਲਿਆਂਵਾਲਾ ਬਾਗ ਦੀ ਤਾਂ ਉਦੋਂ ਇਹਨਾਂ ਨੇ ਕੀ ਕਰਤਾ ਜੀ ਇਹ ਵਾਪਸ ਕਰਤਾ ਸੀਗਾ ਤਾਂ ਪੇਪਰ 'ਚ ਪੁੱਛ ਸਕਦੇ ਆ ਗਾਂਧੀ ਜੀ ਨੇ ਕਿਹੜਾ ਅਵਾਰਡ ਵਾਪਸ ਕੀਤਾ ਜੀ केसरे हिंद अवार्ड ਜਿਹੜਾ ਕਿ ਉਹਨਾਂ ਨੂੰ 1914 ਦੇ ਵਿੱਚ ਮਿਲਿਆ ਸੀ ਗਾਂਧੀ ਜੀ ਦਾ ਜਿਹੜਾ ਪ੍ਰਾਈਵੇਟ ਸੈਕਟਰੀ ਸੀਗਾ ਉਹ ਕੌਣ ਸੀਗਾ ਜੀ महादेव देसाई महादेव देसाई ਸੀਗਾ ਜੀ ठीक है ਹੋਰ ਤੁਸੀਂ याद रख सकते हो पूना पैक्ट ਦੇ ਵਿੱਚ ਜਿਹੜਾ ਇਹ पूना समझौता ਹੋਇਆ ਸੀਗਾ ਜੀ 1932 ਦੇ ਵਿੱਚ ਤਾਂ ਗਾਂਧੀ ਜਦੋਂ ਜੇਲ੍ਹ ਦੇ ਵਿੱਚ ਬੰਦ ਸੀ ਕਿਹੜੀ ਜੇਲ੍ਹ 'ਚ ਬੰਦ ਸੀਗੇ ਜੀ ਜਰਵਾੜਾ ਜੇਲ੍ਹ ਪੂਨੇ ਦੇ ਵਿੱਚ ਕਲੀਅਰ ਹੈ ਜੀ ਤਾਂ ਗਾਂਧੀ ਵੱਲੋਂ ਜਿਹੜੇ ਸਾਈਨ ਕੀਤੇ ਸੀ ਉਹ ਕਿਹਨੇ ਕੀਤੇ ਸੀਗੇ ਜੀ BR ਅੰਬੇਦਕਰ ਨਾਲ ਮਦਨ ਮੋਹਨ सुपर इंपॉर्टेंट है मदन मोहन मालविया ठीक है जी याद रखियो तो पेपर च पूछ सकते हैं गांधी शॉक्ड बाय चौरा चौरी इंसीडेंट विदड्रू द नॉन कोऑपरेशन मूवमेंट ऑन जदों देखो जी एक 1920 ਦੇ ਵਿੱਚ गांधी जी ने की ਸੀਗੀ जी नॉन कोऑपरेशन मूवमेंट चलाई सी क्लीयर है जी ਤਾਂ ਇਹ ਜਿਹੜੀ मूवमेंट सी 1922 तक मतलब 5 फरवरी 1922 तक की है जी 5 फरवरी लिख लो नाल इत्थे 5 फरवरी 1922 तक जी ये जी मूवमेंट सी ये पीसफुली चली बट 5 फरवरी 1922 ਨੂੰ ਕੀ ਹੋਇਆ एक थाना सीगा जी यूपी ਦੇ ਵਿੱਚ गोरखपुर पेपर 'ਚ ਪੁੱਛ ਸਕਦੇ ਆ ਤਾਂ ਉੱਥੇ ਜੀ ਕੀ ਸੀਗਾ ਜੀ ਥਾਣਾ ਸੀਗਾ ਜਿਹੜਾ ਉਹ ਲੋਕਾਂ ਨੇ ਜਲਾਤਾ ਸੀ ਠੀਕ ਹੈ ਤਾਂ ਗਾਂਧੀ ਨੇ ਦੁੱਖ ਦੇ ਮਾਰਿਆਂ ਨੇ ਇਹ ਜਿਹੜੀ ਮੂਵਮੈਂਟ ਸੀਗੀ ਇਹ ਕੀ ਕੀਤੀ ਜੀ नॉन कोऑपरेशन मूवमेंट वापस ले ली तो पेपर 'ਚ ਪੁੱਛ ਸਕਦਾ कदों ਲਈ 12 फरवरी 1922 ਨੂੰ देखो जी की क्वेश्चन मैं ਤੁਹਾਨੂੰ ਕਿਹਾ देखो 5 फरवरी 1922 ਨੂੰ ਕਿਹੜੀ ਦੁਖਦ ਘਟਨਾ ਹੋਈ ਸੀ ਚੌਰੀ मूवमेंट ठीक है ਕਿੱਥੇ ਹੈ ਜੀ ਇਹ यूपी ਦੇ ਵਿੱਚ ਗੋਰਖਪੁਰ ਦੇ ਵਿੱਚ ਇੱਕ ਜੀ ਥਾਣੇ ਦਾ ਨਾਮ ਹੈ ਤੇ ਗਾਂਧੀ ਜੀ ਨੇ ਇਹ मूवमेंट कदों वापस ले ली 12 फरवरी 1922 ਨੂੰ ਲੈ ਲਈ ਜੀ ठीक है जी पेपर 'ਚ ਪੁੱਛ ਸਕਦੇ ਆ ਜਿਹੜੀ नॉन कोऑपरेशन मूवमेंट है ਇਹ ਕੀ ਸੀਗੀ ਜੀ फर्स्ट मास बेस्ड मूवमेंट है ठीक है जी ये भी याद रखियो उदू बाद जी 1901 होर याद रख लियो मैं उपर भी दस के जा चुके हैं कि केसरे हिंद अवार्ड वापस करता सीगा जी महात्मा गांधी जी ने ते ਜਲਿਆਂਵਾਲੇ ਬਾਗ ਦੀ ਜਿਹੜੀ ਘਟਨਾ ਹੋਈ ਸੀ ਇਹਦੇ ਨਾਲ ਇੱਕ ਹੋਰ ਬੰਦਾ ਸੀਗਾ ਜਿਹਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਤਾਂ ਉਹਨਾਂ ਨੇ ਕੀ ਕੀਤਾ ਜੀ ਨਾਈਟਹੁੱਡ ਅਵਾਰਡ ਵਾਪਸ ਕਰਤਾ ਸੀਗਾ ਨਾਈਟਹੁੱਡ ਅਵਾਰਡ ਕਿਹਨੇ ਵਾਪਸ ਕੀਤਾ ਜੀ
ਰਵਿੰਦਰ ਨਾਥ ਟੈਗੋਰ ਨੇ। सुपर इंपॉर्टेंट है जी, याद रखियो। Which act Jawaharlal Nehru remarks it was a new charter of slavery? It was new charter of slavery है ਜਿਹੜਾ ਇਹ ਗਾਂਧੀ ਜੀ ਨੇ ਕਿਹਨੂੰ ਕਿਹਾ ਸੀ? ਤਾਂ ਇਹ ਕਿਹਾ ਸੀਗਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ। ਠੀਕ ਹੈ ਜੀ, ਯਾਦ ਰੱਖਿਓ। ਜਿਹੜਾ ਆਪਣਾ RBI ਹੈ ਇਹ ਕਿਹੜੇ ਐਕਟ ਦੇ ਤਹਿਤ ਬਣਿਆ ਹੋਇਆ ਜੀ? ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਬਣਿਆ ਹੋਇਆ ਜੀ। ਕਿਉਂਕਿ 1 ਅਪ੍ਰੈਲ ਪੇਪਰ 'ਚ ਦੇ ਪੁੱਛਣ ਜੀ 1 ਅਪ੍ਰੈਲ 1935 ਨੂੰ ਕੀ ਹੈ ਜੀ RBI ਬਣਿਆ ਸੀ। ਪੇਪਰ 'ਚ ਪੁੱਛ ਲੈਣ ਨੈਸ਼ਨਲਾਈਜ਼ ਕਦੋਂ ਹੋਇਆ, ਰਾਸ਼ਟਰੀਕਰਨ ਕਦੋਂ ਹੋਇਆ। ਸੁਪਰ ਇੰਪੋਰਟੈਂਟ ਹੈ 1 ਜਨਵਰੀ 1949 ਨੂੰ। ਕਲੀਅਰ ਹੈ ਜੀ ਗੱਲ। ਦੂਜੀ ਗੱਲ ਪੂਨਾ ਪੈਕਟ ਦੇ ਬਾਰੇ ਆਪਾਂ ਥੋੜ੍ਹਾ ਮੈਂ ਤੁਹਾਨੂੰ ਦੱਸ ਦੇਣਾ। 25 ਸਤੰਬਰ 1932 ਨੂੰ ਇਹ ਸਾਈਨ ਹੋਇਆ। ਦੇਖੋ ਇਹਦੀ ਕਹਾਣੀ ਮੈਂ ਤੁਹਾਨੂੰ ਥੋੜ੍ਹੀ ਦੱਸ ਦਿੰਦਾ। ਕੀ ਸੀਗਾ ਜੀ, ਇੱਕ ਬ੍ਰਿਟਿਸ਼ PM ਸੀਗਾ ਜੀ ਜਿਹਦਾ ਨਾਮ ਸੀਗਾ ਰਾਮਸੇ ਮੈਕਡੋਨਾਲਡ। ਠੀਕ ਹੈ ਜੀ, ਉਹਨਾਂ ਨੇ ਕੀ ਕੀਤਾ ਸੀਗਾ ਜੀ ਇੱਕ ਕਮਿਊਨਿਟੀ ਦੇ ਬੇਸਡ ਕੀ ਸੀਗਾ ਜੀ ਲੋਕਾਂ ਨੂੰ ਡਿਵਾਈਡ ਕਰਤਾ ਸੀਗਾ। ਠੀਕ ਹੈ, ਤਾਂ ਉਹਦੇ ਵਿਰੋਧ ਦੇ ਵਿੱਚ ਕੀ ਸੀਗਾ ਜੀ ਗਾਂਧੀ ਜੀ ਨੇ ਕੀ ਕੀਤਾ ਸੀਗਾ ਇਹਦਾ ਵਿਰੋਧ ਕੀਤਾ ਸੀ ਇਹ ਪੈਕਟ ਦਾ। ਠੀਕ ਹੈ, ਬਟ BR ਅੰਬੇਦਕਰ ਸੀਗੇ ਜਿਹੜੇ ਜੀ ਉਹ ਇਹਦੇ ਹੱਕ ਦੇ ਵਿੱਚ ਸੀਗੇ। ਤਾਂ ਉਦੋਂ ਬਾਅਦ ਕੀ ਹੋਇਆ 71 ਸੀਟਾਂ ਸੀਗੀਆਂ ਜਿਹੜੀਆਂ ਉਹ ਡਿਪਰੈਸਡ ਕਲਾਸ ਦੇ ਲਈ ਕੀ ਸੀਗੀਆਂ ਜੀ ਅੰਗਰੇਜ਼ਾਂ ਨੇ ਜਾਂ ਰਾਮਸੇ ਮੈਕਡੋਨਲਡ ਨੇ ਅਨਾਊਂਸ ਕੀਤੀਆਂ। ਬਟ ਗਾਂਧੀ ਜੀ ਨੇ ਫਿਰ ਕੀ ਕੀਤਾ ਜੀ, ਕਹਿੰਦੇ ਜੇ ਆਪਾਂ ਹੱਕ ਦਿਵਾਉਣ ਲੱਗੇ ਹੀ ਹਾਂ ਤਾਂ ਫਿਰ 71 ਸੀਟਾਂ ਕਿਉਂ, ਤਾਂ ਉਹਨਾਂ ਨੇ 147 ਸੀਟਸ ਦਵਾਈਆਂ ਜੀ। ਠੀਕ ਹੈ, ਇਹ ਵੀ ਗੱਲ ਯਾਦ ਰੱਖਿਓ। ਅਤੇ ਪੂਨਾ ਪੈਕਟ ਹੋਇਆ ਉਦੋਂ ਜਿਹੜਾ ਟਾਈਮ ਪੀਰੀਅਡ ਸੀਗਾ ਉਦੋਂ ਗਾਂਧੀ ਜੀ ਕੀ ਸੀਗੇ ਜੀ ਜਰਵਾੜਾ ਜੇਲ੍ਹ ਦੇ ਵਿੱਚ ਕੀ ਸੀਗੇ ਬੰਦ ਸੀਗੇ। ਪੇਪਰ 'ਚ ਪੁੱਛ ਸਕਦੇ ਆ, ਜਰਵਾੜਾ ਜੇਲ੍ਹ ਦੇ ਵਿੱਚ ਬੰਦ ਸੀਗੇ ਪੂਨੇ ਦੇ ਵਿੱਚ। ਠੀਕ ਹੈ, ਤਾਂ ਗਾਂਧੀ ਜੀ ਦੀ ਜਗ੍ਹਾ 'ਤੇ ਜਿਹੜਾ ਪੈਕਟ ਹੈ ਉਹ BR ਅੰਬੇਦਕਰ ਦੇ ਨਾਲ ਪੇਪਰ 'ਚ ਪੁੱਛ ਸਕਦੇ ਆ ਕਿਹਨੇ ਸਾਈਨ ਕੀਤਾ। ਤਾਂ ਜੀ ਕਿਹਨੇ ਸਾਈਨ ਕੀਤਾ ਜੀ ਮਦਨ ਮੋਹਨ ਮਾਲਵਿਆ। ਠੀਕ ਹੈ, ਜਿੰਨਾ ਰਿਪੀਟ ਕਰੋਗੇ ਜਿੰਨਾ ਤੁਹਾਡੇ ਕੰਨਾਂ 'ਚ ਦੁਬਾਰਾ ਕੀ ਹੈ ਜੀ ਇਹ ਆਊਗਾ ਤਾਂ ਉਨਾ ਵੱਧ ਯਾਦ ਰਹੂਗਾ। 1919 ਦੇ ਵਿੱਚ ਕੀ ਹੋਇਆ ਜੀ ਜਲਿਆਂਵਾਲਾ ਬਾਗ ਦੀ ਘਟਨਾ ਹੋਈ ਜੀ। ਸੈਫੂਦੀਨ ਕਿਚਲੂ ਐਂਡ ਡਾਕਟਰ ਸਤਿਆਪਾਲ ਨੂੰ ਕੀ ਸੀਗਾ ਜੀ ਰਿਵੋਲਟ ਐਕਟ ਦੇ ਤਹਿਤ ਕੀ ਹੈ ਜੀ ਗ੍ਰਿਫਤਾਰ ਕਰ ਲਿਆ ਸੀਗਾ। ਠੀਕ ਹੈ, ਤਾਂ ਉਹਦੇ ਵਿਰੋਧ ਦੇ ਵਿੱਚ ਉੱਥੇ ਕੀ ਸੀਗੇ ਜੀ ਲੋਕ ਆਪਣਾ ਪੀਸਫੁਲੀ ਕੀ ਸੀਗੇ ਉੱਥੇ ਅੰਦੋਲਨ ਕਰ ਰਹੇ ਸੀਗੇ। ਤਾਂ ਅੰਗਰੇਜ਼ ਸਰਕਾਰ ਵੱਲੋਂ ਕੀ ਹੈ ਜੀ ਉੱਥੇ ਗੋਲੀਆਂ ਚਲਵਾਤੀਆਂ ਸੀਗੀਆਂ। ਤਾਂ ਇਹ ਘਟਨਾ ਨੂੰ ਦੇਖਦੇ ਹੋਏ ਗਾਂਧੀ ਜੀ ਨੇ ਆਪਣਾ ਕੀ ਸੀਗਾ ਜੀ ਕੇਸਰੇ ਹਿੰਦ ਅਵਾਰਡ ਹੈ ਜਿਹੜਾ ਉਹ ਵਾਪਸ ਕਰਤਾ ਸੀ। ਠੀਕ ਹੈ, ਯਾਦ ਰੱਖੋ ਕੇਸਰੇ ਹਿੰਦ ਅਵਾਰਡ ਜਿਹੜਾ ਕਿ ਉਹਨਾਂ ਨੂੰ 1914 ਦੇ ਵਿੱਚ ਮਿਲਿਆ ਸੀ। ਠੀਕ ਹੈ ਜੀ, ਅਤੇ ਰਵਿੰਦਰ ਨਾਥ ਟੈਗੋਰ ਨੇ ਜੀ ਕਿਹੜਾ ਨਾਈਟਹੁੱਡ ਅਵਾਰਡ ਹੈ ਜਿਹੜਾ ਉਹ ਵਾਪਸ ਕਰਤਾ ਸੀ। ਠੀਕ ਹੈ, ਇੰਨੀ ਗੱਲ ਕਲੀਅਰ ਹੈ ਜੀ। 6th ਕੁਐਸਚਨ ਕਨਕਰੈਂਟ ਲਿਸਟ ਵਾਜ਼ ਟੇਕਨ ਫਰੋਮ ਵਿਚ ਕੰਟਰੀ। ਆਪਣਾ ਜਿਹੜਾ ਸੰਵਿਧਾਨ ਹੈ ਜੀ ਇਹ ਡਿਫਰੈਂਟ ਕੰਟਰੀਜ਼ ਤੋਂ ਕੀ ਹੈ ਜੀ ਬੋਰੋ ਕੀਤਾ ਹੋਇਆ ਹੈ। ਤਾਂ ਇਹ 'ਚ ਪੁੱਛਿਆ ਜੀ ਕਨਕਰੈਂਟ ਲਿਸਟ ਕੀ ਤੋਂ ਆਪਾਂ ਬੋਰੋ ਕੀਤੀ ਹੈ ਜਾਂ ਕੀ ਤੋਂ ਲਈ ਹੈ ਜੀ। ਇਹ ਲਈ ਹੈ ਜੀ ਆਪਸ਼ਨ ਹੀ ਨਹੀਂ ਹੈਗਾ, ਆਸਟ੍ਰੇਲੀਆ ਆਉਣਾ ਸੀਗਾ ਜੀ। ਠੀਕ ਹੈ, ਤਾਂ ਆਸਟ੍ਰੇਲੀਆ। ਠੀਕ ਹੈ, ਆਸਟ੍ਰੇਲੀਆ ਤੋਂ ਕੀ ਹੈ ਜੀ ਅਸੀਂ ਟੇਕ ਕੀਤਾ ਬੋਰੋ ਕੀਤਾ ਕਨਕਰੈਂਟ ਲਿਸਟ। ਆਸਟ੍ਰੇਲੀਆ ਤੋਂ ਇੱਕ ਚੀਜ਼ ਹੋਰ ਬੋਰੋ ਕੀਤੀ ਹੈ ਜੀ ਲੈਂਗੁਏਜ ਆਫ ਪ੍ਰੈਂਬਲ। ਠੀਕ ਹੈ, ਕੁਐਸਚਨ ਦੇ ਵਿੱਚੋਂ ਕੁਐਸਚਨ ਨਿਕਲ ਜਾਂਦੇ ਨੇ। ਹਾਂਜੀ, ਲੈਂਗੁਏਜ ਆਫ ਪ੍ਰੈਂਬਲ ਹੈ ਜੀ ਜਿਹੜੀ ਉਹ ਆਸਟ੍ਰੇਲੀਆ ਤੋਂ ਲਈ ਹੈ। ਬਟ ਜੇ ਇਕੱਲਾ ਪ੍ਰੈਂਬਲ ਪੁੱਛੂ ਇਹ ਕਿਤੋਂ ਲਿਆ ਜੀ ਆਪਾਂ USA ਤੋਂ। ਕਲੀਅਰ ਹੈ ਜੀ ਗੱਲ। USA ਦੇਖੋ ਇਹ 'ਚ ਸਾਊਥ ਅਫਰੀਕਾ ਆਪਸ਼ਨ ਦੇ ਵਿੱਚ ਪਿਆ। ਸਾਊਥ ਅਫਰੀਕਾ ਤੋਂ ਆਪਾਂ ਕੀ ਲਿਆ ਜੀ ਅਮੈਂਡਮੈਂਟ ਪ੍ਰੋਸੀਜਰ ਹੈ ਜਿਹੜਾ ਅਸੀਂ ਉਹ ਕਿਤੋਂ ਲਿਆ ਜੀ ਸਾਊਥ ਅਫਰੀਕਾ ਤੋਂ ਲਿਆ। ਸਾਊਥ ਅਫਰੀਕਾ ਦੀ ਕੈਪੀਟਲ ਕੀ ਹੈ ਜੀ ਕੇਪ ਟਾਊਨ ਹੈ ਜੀ। ਠੀਕ ਹੈ, ਪਾਰਟ B ਦੇ ਵਿੱਚ ਕੀ ਹੈ ਜੀ ਸਾਡਾ ਅਮੈਂਡਮੈਂਟ ਦੇ ਬਾਰੇ ਲਿਖਿਆ ਹੋਇਆ। ਆਰਟੀਕਲ ਪੇਪਰ 'ਚ ਪੁੱਛ ਲੈਣ ਤਾਂ ਅਮੈਂਡਮੈਂਟ ਦਾ ਕਿਹੜਾ ਜੀ 368। ਇੰਨੀ ਗੱਲ ਕਲੀਅਰ ਹੈ ਜੀ। ਆਇਰਲੈਂਡ ਦੀ ਜਿਹੜੀ ਰਾਜਧਾਨੀ ਹੈ ਉਹ ਕੀ ਹੈ ਜੀ ਡਬਲਿਨ ਹੈ। ਠੀਕ ਹੈ, ਆਇਰਲੈਂਡ ਤੋਂ ਅਸੀਂ ਕੀ ਲਿਆ ਜੀ DPSP ਲਿਆ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ DPSP ਲਿਆ ਹੈ। ਆਇਰਲੈਂਡ ਨੇ ਗਾਹਾਂ ਕਿਸ ਤੋਂ ਲਿਆ ਜੀ ਸਪੇਨ ਤੋਂ ਲਿਆ। ਇੰਨੀ ਗੱਲ ਕਲੀਅਰ ਹੈ ਜੀ। ਹੋਰ ਆਇਰਲੈਂਡ ਤੋਂ ਆਪਾਂ ਕੀ ਲਿਆ ਜੀ ਇਲੈਕਸ਼ਨ ਮੈਥਡ ਆਫ ਪ੍ਰੈਜ਼ੀਡੈਂਟ। ਇਹ ਵੀ ਆਪਾਂ ਕਿਤੋਂ ਲਿਆ ਜੀ
ਆਇਰਲੈਂਡ ਤੋਂ ਲਏ ਆ। ਹੋਰ ਆਪਾਂ ਆਇਰਲੈਂਡ ਤੋਂ ਕੀ ਲਿਆ ਜੀ, ਨੋਮੀਨੇਸ਼ਨ ਆਫ ਮੈਂਬਰਸ ਇਨ ਰਾਜ ਸਭਾ, ਬਾय ਪ੍ਰੈਜ਼ੀਡੈਂਟ। ਕਲੀਅਰ ਹੈ ਜੀ। ਤਾਂ DPSP ਇਲੈਕਸ਼ਨ ਮੈਥਡ ਆਫ ਪ੍ਰੈਜ਼ੀਡੈਂਟ, ਨੋਮੀਨੇਸ਼ਨ ਜਾਂ ਨੋਮੀਨੇਟ ਕਰਦਾ ਪ੍ਰੈਜ਼ੀਡੈਂਟ ਰਾਜ ਸਭਾ ਦੇ ਵਿੱਚ ਮੈਂਬਰ, ਤਾਂ ਉਹ ਆਇਰਲੈਂਡ ਤੋਂ ਲਈ ਹੈ ਪ੍ਰਕਿਰਿਆ। ਠੀਕ ਹੈ ਜੀ। ਕੈਨੇਡਾ ਦੇ ਵਿੱਚ ਕੀ ਹੈ ਜੀ, ਡਿਊਲ ਸਿਟੀਜ਼ਨਸ਼ਿਪ ਹੈ। ਠੀਕ ਹੈ, ਕੈਨੇਡਾ ਦੇ ਵਿੱਚ ਕੀ ਹੈ ਜੀ, ਡਿਊਲ ਸਿਟੀਜ਼ਨਸ਼ਿਪ ਹੈ। ਅਤੇ ਇੱਕ ਆਪਾਂ ਇਹਨਾਂ ਤੋਂ ਕੀ ਲਿਆ ਜੀ, ਫੈਡਰਲ ਸਟਰਕਚਰ, ਸੰਘਾਤਮਕ ਢਾਂਚਾ, ਸੁਪਰ ਇੰਪੋਰਟੈਂਟ ਹੈ। ਠੀਕ ਹੈ, ਸਟਰਕਚਰ, ਸੰਘਾਤਮਕ ਢਾਂਚਾ ਕੈਨੇਡਾ ਤੋਂ ਲਿਆ। ਫਰਾਂਸ ਤੋਂ ਕੀ ਲਿਆ ਜੀ ਆਪਾਂ, ਇੱਥੇ ਦੇਖੋ, ਲਿਬਰਟੀ, ਇਕੁਐਲਿਟੀ ਤੇ ਫਰਟਰਨਿਟੀ, ਸੁਪਰ ਇੰਪੋਰਟੈਂਟ ਹੈ। ਠੀਕ ਹੈ ਜੀ। USA ਤੋਂ ਆਪਾਂ ਹੋਰ ਦੇਖ ਲੈਂਦੇ ਕੀ ਲਿਆ ਜੀ, ਇੱਕ ਪ੍ਰੈਂਬਲ ਲਿਆ ਜੀ। ਠੀਕ ਹੈ, ਜੁਡੀਸ਼ੀਅਲ ਰਿਵਿਊ ਜੇ ਪੁੱਛਣ ਪੇਪਰ 'ਤੇ ਕੀ ਤੋਂ ਲਿਆ ਜੀ, USA ਤੋਂ ਲਿਆ। ਇੰਡੀਪੈਂਡੈਂਸ ਆਫ ਜੁਡੀਸ਼ਰੀ, ਵੀ ਆਪਾਂ ਕੀ ਤੋਂ ਲਿਆ ਜੀ, USA ਤੋਂ ਲਿਆ। ਤਾਂ ਯਾਦ ਰੱਖਿਓ, ਪ੍ਰੈਂਬਲ, ਜੁਡੀਸ਼ੀਅਲ ਰਿਵਿਊ, ਇੰਡੀਪੈਂਡੈਂਸ ਆਫ ਜੁਡੀਸ਼ਰੀ ਆਪਾਂ ਕੀ ਤੋਂ ਲਿਆ ਜੀ, USA ਤੋਂ ਲਿਆ ਜੀ। 4th ਸ਼ਡਿਊਲ ਆਫ ਇੰਡੀਅਨ ਕੌਂਸਟੀਟਿਊਸ਼ਨ ਇਜ਼, ਜਿਹੜਾ ਚੌਥਾ ਸ਼ਡਿਊਲ ਹੈ ਜੀ ਆਪਣਾ ਇੰਡੀਅਨ ਕੌਂਸਟੀਟਿਊਸ਼ਨ ਦਾ, ਉਹਦੇ ਵਿੱਚ ਕੀ ਲਿਖਿਆ ਹੋਇਆ। ਪਹਿਲਾਂ ਇਹਦਾ ਆਪਾਂ ਜਵਾਬ ਲੈ ਲਈਏ। ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਜੀ, ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। C ਆਪਸ਼ਨ ਇਹਦਾ ਸਹੀ ਆਨਸਰ ਹੈ ਜੀ। ਦੇਖੋ ਹੁਣ ਦੂਜੀ ਗੱਲ ਆ ਗਈ, ਸ਼ਡਿਊਲ ਨੇ ਜਿਹੜੇ ਟੋਟਲ ਕਿੰਨੇ ਨੇ ਜੀ, 12 ਨੇ। ਐਟ ਪ੍ਰੈਜ਼ੈਂਟ ਕਿੰਨੇ ਸ਼ਡਿਊਲ ਨੇ ਜੀ, 12 ਨੇ। ਬਟ ਪੇਪਰ ਦੇ ਵਿੱਚ ਪੁੱਛ ਲੈਣ ਪਹਿਲਾਂ ਕਿੰਨੇ ਸੀਗੇ ਜੀ, 8 ਸੀਗੇ। ਠੀਕ ਹੈ, ਓਰੀਜਨਲੀ 8 ਸੀਗੇ। ਉਦੋਂ ਬਾਅਦ ਜਿਹੜੇ 4 ਐਡ ਕੀਤੇ ਗਏ ਨੇ ਉਹ ਅਮੈਂਡਮੈਂਟਾਂ ਦੇ ਨਾਲ ਸੋਧ ਦੇ ਰਾਹੀਂ ਹੈ ਜੀ ਐਡ ਕੀਤੇ ਗਏ ਨੇ। ਫਸਟ ਸ਼ਡਿਊਲ ਪੇਪਰ 'ਚ ਪੁੱਛ ਲੈਣ ਕਿਹਦੀ ਗੱਲ ਕਰਦਾ ਜੀ, ਨੇਮ ਆਫ ਸਟੇਟਸ ਐਂਡ ਯੂਟੀਜ਼। ਠੀਕ ਹੈ, ਕਲੀਅਰ ਹੈ ਜੀ। ਦੂਜਾ ਕਿਹਦੀ ਗੱਲ ਕਰਦਾ ਜੀ, ਸੈਲਰੀ। ਥਰਡ ਕਿਹਦੀ ਗੱਲ ਕਰਦਾ ਜੀ, ਓਥ ਐਂਡ ਅਫਰਮੇਸ਼ਨਸ। ਠੀਕ ਹੈ, ਫੋਰਥ ਮੈਂ ਤੁਹਾਨੂੰ ਦੱਸ ਹੀ ਦਿੱਤਾ, ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਫਿਫਥ ਕਿਹਦੀ ਗੱਲ ਕਰਦਾ ਜੀ, ਸ਼ਡਿਊਲ ਨੰਬਰ 5 ਇਹ ਕਰਦਾ ਜੀ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ਡਿਊਲ ਏਰੀਆਜ਼ ਐਂਡ ਸ਼ਡਿਊਲ ਟਰਾਈਬਸ। ਕਲੀਅਰ ਹੈ ਜੀ। ਜਿਹੜਾ ਸ਼ਡਿਊਲ 6 ਹੈ ਜੀ ਉਹ ਕਿਹਦੀ ਗੱਲ ਕਰਦਾ ਜੀ, 7 ਸਿਸਟਰਸ ਦੀ, 7 ਸਿਸਟਰਸ ਦੀ ਜਾਂ ਨਾਰਦਰਨ ਈਸਟਰਨ ਸਟੇਟਸ ਦੀ। ਠੀਕ ਹੈ ਜੀ, ਇੰਨੀ ਗੱਲ ਧਿਆਨ ਦੇ ਵਿੱਚ ਰੱਖਿਓ। ਹੁਣ ਜਿਹੜੇ 4 ਸ਼ਡਿਊਲ ਨੇ ਉਹ ਅਮੈਂਡਮੈਂਟ ਦੇ ਨਾਲ ਕੀ ਹੈ ਜੀ ਐਡ ਕੀਤੇ ਗਏ ਨੇ। 9ਵਾਂ ਜਿਹੜਾ ਸ਼ਡਿਊਲ ਹੈ ਜੀ ਉਹ ਕਿਹੜੀ ਅਮੈਂਡਮੈਂਟ ਦੇ ਨਾਲ ਐਡ ਕੀਤਾ ਗਿਆ ਜੀ, ਫਸਟ ਅਮੈਂਡਮੈਂਟ। ਠੀਕ ਹੈ, ਜਿਹੜਾ 10ਵਾਂ ਸ਼ਡਿਊਲ ਹੈ ਜੀ ਇਹ ਕੀਤਾ ਗਿਆ ਜੀ 52ਵੀਂ ਸੋਧ ਦੇ ਨਾਲ, 52 ਅਮੈਂਡਮੈਂਟ। ਜਿਹੜਾ 11ਵਾਂ ਸ਼ਡਿਊਲ ਹੈ ਜੀ ਇਹ 73ਵੀਂ ਅਮੈਂਡਮੈਂਟ ਦੇ ਨਾਲ। ਜਿਹੜਾ 12ਵਾਂ ਹੈ ਜੀ ਇਹ 74ਵੀਂ ਅਮੈਂਡਮੈਂਟ ਦੇ ਨਾਲ। 73ਵੀਂ ਅਮੈਂਡਮੈਂਟ ਕੀ ਹੈ ਜੀ, ਪੰਚਾਇਤੀ ਰਾਜ ਹੈ। 74ਵੀਂ ਅਮੈਂਡਮੈਂਟ ਕੀ ਹੈ ਜੀ, ਮਿਊਨਸੀਪਲ ਕਾਰਪੋਰੇਸ਼ਨ ਹੈ। 10th ਸ਼ਡਿਊਲ ਹੈ ਜਿਹੜਾ 52ਵੀਂ ਅਮੈਂਡਮੈਂਟ ਦੇ ਨਾਲ ਕੀ ਹੈ ਜੀ, ਐਂਟੀ ਡਿਫਲੈਕਸ਼ਨ ਲਾਅ। ਠੀਕ ਹੈ, ਮੈਂ ਪੂਰਾ ਨਹੀਂ ਲਿਖਿਆ, AD ਐਂਟੀ ਡਿਫਲੈਕਸ਼ਨ ਲਾਅ। ਠੀਕ ਹੈ, 9th ਕੀ ਹੈ ਜੀ, ਇਹਦੇ ਵਿੱਚ ਜ਼ਮੀਂਦਾਰੀ ਪ੍ਰਥਾ ਸੀਗੀ, ਜਿਹੜੀ ਮਤਲਬ ਕੀ ਹੈ ਲੈਂਡ ਦੇ ਬਾਰੇ ਜਿੰਨੀ ਕਿ ਵੀ ਗੱਲਬਾਤ ਹੈ ਜੀ ਉਹ ਕੀ ਹੈ 9th ਸ਼ਡਿਊਲ ਦੇ ਵਿੱਚ ਹੈ। ਕਲੀਅਰ ਹੈ ਜੀ ਗੱਲ। ਆਰਟੀਕਲ 50 ਰਿਪਰੈਜ਼ੈਂਟਸ। ਦੇਖੋ ਪਹਿਲਾਂ ਇਹਦਾ ਆਪਾਂ ਜਵਾਬ ਲੈ ਲਈਏ ਕੀ ਹੈ ਜੀ, ਅਤੇ ਇਹਦਾ ਜਿਹੜਾ ਜਵਾਬ ਹੈ ਜੀ ਉਹ ਹੈਗਾ ਹੈ D ਆਪਸ਼ਨ, ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ। ਕਿਹੜੇ ਆਰਟੀਕਲ ਦੀ ਗੱਲ ਕਰਦਾ ਜੀ, ਆਰਟੀਕਲ 50 ਦੀ। ਕਲੀਅਰ ਹੈ ਜੀ ਇੱਥੋਂ ਤੱਕ। ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤਸ ਇਹ ਕਿਹੜੇ ਆਰਟੀਕਲ ਦੇ ਵਿੱਚ ਹੈ ਜੀ, ਇਹ ਆਰਟੀਕਲ ਹੈਗਾ ਜੀ ਤੁਹਾਡਾ 40। ਯੂਨੀਫਾਰਮ ਸਿਵਲ ਕੋਡ ਫॉर ਆਲ ਇਟਸ ਸਿਟੀਜ਼ਨਸ ਇਹ ਹੈਗਾ ਜੀ ਆਰਟੀਕਲ 44। ਪ੍ਰਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਇਹ ਹੈਗਾ ਜੀ ਆਰਟੀਕਲ 51। ਠੀਕ ਹੈ ਜੀ। ਹੁਣ ਜਿਹੜੇ ਇਹ ਸਾਰੇ ਆਰਟੀਕਲ ਨੇ ਜੀ ਇਹ ਕਾਹਦੇ ਅੰਡਰ ਆਉਂਦੇ ਨੇ, ਤਾਂ ਇਹ ਆਉਂਦੇ ਆ ਜੀ ਤੁਹਾਡੇ ਪਾਰਟ 4 ਦੇ ਅੰਡਰ। ਠੀਕ ਹੈ, ਜਿਹਦੇ ਵਿੱਚ ਆਰਟੀਕਲਸ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਵੇਰੀ ਕਰਦੇ ਆ ਜੀ, ਆਰਟੀਕਲ 36 ਤੋਂ ਲੈ ਕੇ 51 ਤੱਕ ਕੀ ਹੈ ਜੀ ਵੇਰੀ ਕਰਦੇ ਆ।
ਕਿਹਦੇ ਬਾਰੇ ਦੱਸਦੇ ਆ ਜੀ? ਇਹ DPSP ਦੇ ਬਾਰੇ ਦੱਸਦੇ ਆ, ਜਿਹੜੇ ਕਿ ਆਪਾਂ ਕਿਤੋਂ ਲਏ ਨੇ ਜੀ? ਆਇਰਲੈਂਡ ਤੋਂ। ਆਇਰਲੈਂਡ ਨੇ ਅੱਗੋਂ ਕਿਤੇ ਲਏ ਜੀ? ਸਪੇਨ ਤੋਂ ਲਏ ਨੇ। ਕਲੀਅਰ ਹੈ ਜੀ ਗੱਲ? ਤਾਂ ਇਹਨੂੰ ਧਿਆਨ ਨਾਲ ਤੁਸੀਂ ਕੀ ਹੈ ਜੀ ਯਾਦ ਰੱਖਣਾ ਹੈ। ਪਾਰਟ 3 ਦੀ ਜੇ ਗੱਲ ਕਰੂਗਾ ਤਾਂ ਇਹਦੇ ਵਿੱਚ ਆਰਟੀਕਲ ਕਿੱਥੋਂ ਤੋਂ ਕਿੱਥੋਂ ਤੱਕ ਨੇ ਜੀ? 12 ਤੋਂ ਲੈ ਕੇ 35 ਤੱਕ ਨੇ ਜੀ। ਇਹਦੇ ਵਿੱਚ ਦੱਸਿਆ ਕਿ ਗਿਆ ਫੰਡਾਮੈਂਟਲ ਰਾਈਟ ਦੇ ਬਾਰੇ ਦੱਸਿਆ ਗਿਆ। 6 ਸਾਡੇ ਕੀ ਨੇ ਜੀ? ਫੰਡਾਮੈਂਟਲ ਰਾਈਟ ਨੇ। ਪਹਿਲਾਂ ਕਿੰਨੇ ਹੁੰਦੇ ਸੀਗੇ ਜੀ? 7 ਹੁੰਦੇ ਸੀ। ਤਾਂ ਜਿਹੜਾ 7 ਤੋਂ 6 ਕੀਤੇ ਗਏ, ਤਾਂ ਮਤਲਬ ਇੱਕ ਹੈ ਜਿਹੜਾ ਆਰਟੀਕਲ ਉਹਨੂੰ ਲੀਗਲ ਰਾਈਟ ਬਣਾ ਦਿੱਤਾ ਗਿਆ ਜੀ 300A ਦੇ ਤਹਿਤ, ਜਿਹੜਾ ਕਿ ਕਿਹੜਾ ਸੀਗਾ ਜੀ? ਰਾਈਟ ਟੂ ਪ੍ਰੋਪਰਟੀ। ਇੰਨੀ ਗੱਲ ਕਲੀਅਰ ਹੈ ਜੀ, ਠੀਕ ਹੈ। ਤਾਂ ਧਿਆਨ ਨਾਲ ਇਹਨੂੰ ਕੀ ਹੈ ਜੀ ਸੋਲਵ ਕਰਨਾ ਤੁਸੀਂ। ਇਨ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਹੂ ਕੈਨ ਨਾਟ ਪਾਰਟੀਸਪੇਟ। ਪ੍ਰੈਜ਼ੀਡੈਂਟ ਦਾ ਜਦੋਂ ਇਲੈਕਸ਼ਨ ਹੁੰਦਾ ਜੀ, ਠੀਕ ਹੈ, ਤਾਂ ਕੌਣ ਹੈ ਜਿਹੜਾ ਪਾਰਟੀਸਪੇਟ ਨਹੀਂ ਕਰਦਾ? ਇਲੈਕਟਡ ਮੈਂਬਰ ਆਫ ਲੋਕ ਸਭਾ, ਬਿਲਕੁਲ ਜੀ ਕਰਦੇ ਨੇ, ਠੀਕ ਹੈ। ਇਲੈਕਟਡ ਮੈਂਬਰ ਆਫ ਰਾਜ ਸਭਾ, ਬਿਲਕੁਲ ਜੀ ਕਰਦੇ ਨੇ। ਸੀ ਨੋਮੀਨੇਟ ਮੈਂਬਰਸ, ਇਹ ਨਹੀਂ ਕਰਦੇ ਜੀ, ਠੀਕ ਹੈ। ਤਾਂ ਕਿਹੜੇ ਨਹੀਂ ਕਰਦੇ ਉਹ ਪੁੱਛਿਆ ਸੀਗਾ, ਤਾਂ ਸੀ ਆਪਸ਼ਨ ਹੈ ਜਿਹੜਾ ਨੋਮੀਨੇਟਡ ਮੈਂਬਰ ਹੈ ਜਿਹੜੇ ਉਹ ਪਾਰਟੀਸਪੇਟ ਨਹੀਂ ਕਰਦੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ। ਇਲੈਕਟਡ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀਜ਼ ਆਫ ਸਟੇਟ, ਠੀਕ ਹੈ। ਇਲੈਕਟਡ ਵਰਡ ਨੂੰ ਤੁਸੀਂ ਧਿਆਨ ਰੱਖਣਾ ਹੈ, ਕਈ ਵਾਰ ਨਾ ਉਹ ਇਲੈਕਟਡ ਦੀ ਜਗ੍ਹਾ ਤੇ ਆਲ ਪਾਉਂਦਾ, ਤਾਂ ਆਲ ਨਹੀਂ ਆਊਗਾ, ਆਲ ਗਲਤ ਹੋ ਜਾਊਗਾ, ਠੀਕ ਹੈ। ਫਿਰ ਤਾਂ ਦੇਖੋ ਜੇ ਆਲ ਹੋ ਗਏ ਤਾਂ ਫਿਰ ਸਾਰੇ ਹੋ ਗਏ, ਮਤਲਬ ਕੀ ਹੈ 552 ਦੇ 552 ਸੀਟਾਂ ਹੁੰਦੀਆਂ ਨੇ। ਤਾਂ ਉਹਦੇ ਵਿੱਚ ਕੀ ਹੈ ਜੀ, ਜਿਵੇਂ 2 ਨੇ ਜਿਹੜੇ ਉਹ ਲੋਕ ਸਭਾ ਦੇ ਵਿੱਚ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ, ਫਿਰ ਤਾਂ ਨੋਮੀਨੇਟ ਵਿੱਚ ਇਨਕਲੂਡ ਹੋ ਗਏ, ਠੀਕ ਹੈ। ਤਾਂ ਕਰਕੇ ਕੀ ਹੈ ਜੀ ਇਹ ਇਲੈਕਟਡ ਪਾਇਆ ਹੋਇਆ, ਧਿਆਨ ਰੱਖਿਓ, ਠੀਕ ਹੈ। ਪ੍ਰੈਜ਼ੀਡੈਂਟ ਦੇ ਬਾਰੇ ਮੈਂ ਜੇ ਤੁਹਾਨੂੰ ਮੈਂ ਗੱਲ ਦੱਸਾਂ ਤਾਂ ਆਰਟੀਕਲ 52 ਕੀ ਹੈ ਜੀ? ਤੁਹਾਡਾ ਪ੍ਰੈਜ਼ੀਡੈਂਟ, ਦੇਅਰ ਸ਼ੈਲ ਬੀ ਪ੍ਰੈਜ਼ੀਡੈਂਟ, ਠੀਕ ਹੈ। ਆਰਟੀਕਲ 54 ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਆਰਟੀਕਲ 58 ਕੁਆਲੀਫਿਕੇਸ਼ਨ ਆਫ ਪ੍ਰੈਜ਼ੀਡੈਂਟ, ਠੀਕ ਹੈ। ਆਰਟੀਕਲ 61 ਬਹੁਤ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਤਾਂ ਇਹ ਕਿਹਦੇ ਬਾਰੇ ਹੈ ਜੀ? ਇੰਪੀਚਮੈਂਟ ਆਫ ਪ੍ਰੈਜ਼ੀਡੈਂਟ। ਕਲੀਅਰ ਹੈ ਜੀ? ਯਾਦ ਰੱਖਿਓ ਫਰਸਟ ਪ੍ਰੈਜ਼ੀਡੈਂਟ ਆਫ ਇੰਡੀਆ ਕੌਣ ਸੀਗੇ ਜੀ? ਡਾਕਟਰ ਰਾਜਿੰਦਰ ਪ੍ਰਸਾਦ ਸੀਗੇ, ਠੀਕ ਹੈ। ਯਾਦ ਰੱਖਿਓ, ਸੁਪਰ ਇੰਪੋਰਟੈਂਟ ਗੱਲਾਂ ਨੇ, ਠੀਕ ਹੈ। ਇੱਕ ਹੋਰ ਪੁੱਛ ਸਕਦਾ ਪੇਪਰ ਦੇ ਵਿੱਚ, ਹੂ ਇਜ਼ ਦਾ ਫਰਸਟ ਸਿਟੀਜ਼ਨ ਆਫ ਇੰਡੀਆ। ਫਰਸਟ ਸਿਟੀਜ਼ਨ ਆਫ ਇੰਡੀਆ ਕੌਣ ਹੁੰਦਾ ਜੀ? ਪ੍ਰੈਜ਼ੀਡੈਂਟ, ਫਰਸਟ ਸਿਟੀਜ਼ਨ ਆਫ ਇੰਡੀਆ। ਇੰਨੀ ਗੱਲ ਵੀ ਯਾਦ ਰੱਖਿਓ। ਪ੍ਰੈਜ਼ੀਡੈਂਟ ਦੀ ਜਿਹੜੀ ਸੈਲਰੀ ਹੁੰਦੀ ਹੈ ਉਹ ਹੁੰਦੀ ਹੈ ਜੀ 5 ਲੱਖ। ਕਲੀਅਰ ਹੈ ਜੀ? ਪ੍ਰੈਜ਼ੀਡੈਂਟ ਨੂੰ ਜਿਹੜਾ ਸਹੁੰ ਚੁਕਾਉਂਦਾ ਉਹ ਕੌਣ ਚੁਕਾਉਂਦਾ ਜੀ? ਚੀਫ ਜਸਟਿਸ ਆਫ ਇੰਡੀਆ, ਠੀਕ ਹੈ। ਤੇ ਜਿਹੜਾ ਰਿਜ਼ਾਈਨ ਦੇਣਾ ਹੁੰਦਾ ਹੈ ਰਾਸ਼ਟਰਪਤੀ ਨੇ, ਉਹ ਕਿਹਨੂੰ ਦੇਣਾ ਹੁੰਦਾ ਜੀ? ਵਾਈਸ ਪ੍ਰੈਜ਼ੀਡੈਂਟ ਨੂੰ। ਸੁਪਰ ਇੰਪੋਰਟੈਂਟ ਹੈ, ਠੀਕ ਹੈ। ਸਹੁੰ ਕੌਣ ਚੁਕਾਉਂਦਾ ਜੀ? ਚੀਫ ਜਸਟਿਸ ਆਫ ਇੰਡੀਆ। ਤੇ ਰਿਜ਼ਾਈਨ ਕਿਹਨੂੰ ਦਿੰਦੇ ਆ? ਰੈਜ਼ੀਗਨੇਸ਼ਨ ਕਿਹਨੂੰ ਦਿੰਦੇ ਆ ਜੀ? ਵਾਈਸ ਪ੍ਰੈਜ਼ੀਡੈਂਟ ਨੂੰ। ਤੇ ਹੁਣ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਉਹ ਕੌਣ ਨੇ ਜੀ? ਰਾਮ ਨਾਥ ਕੋਵਿੰਦ। ਕਲੀਅਰ ਹੈ ਜੀ? ਇੰਨੀ ਗੱਲ ਯਾਦ ਰੱਖਿਓ। ਹੂ ਹੈਜ਼ ਦਾ ਰੀਅਲ ਐਗਜ਼ੀਕਿਊਟਿਵ ਅਥਾਰਟੀ। ਰੀਅਲ ਐਗਜ਼ੀਕਿਊਟਿਵ ਕਿਹਨੂੰ ਕਿਹਾ ਜਾਂਦਾ ਹੈ? ਤਾਂ ਇਹਦਾ ਜਿਹੜਾ ਪਹਿਲਾ ਆਨਸਰ ਹੈ ਜੀ ਉਹ ਹੈਗਾ ਜੀ ਪ੍ਰਾਈਮ ਮਿਨਿਸਟਰ, ਠੀਕ ਹੈ। ਬੀ ਆਪਸ਼ਨ ਇਹਦਾ ਸਹੀ ਹੈ। ਦੇਖੋ ਜੀ, ਇੱਕ ਹੁੰਦਾ ਜੀ ਨੋਮੀਨਲ ਐਗਜ਼ੀਕਿਊਟਿਵ, ਇੱਕ ਹੁੰਦੇ ਆ ਜੀ ਰੀਅਲ ਐਗਜ਼ੀਕਿਊਟਿਵ। ਐਗਜ਼ੀਕਿਊਟਿਵ ਦਾ ਮਤਲਬ ਹੁੰਦਾ ਜੀ ਕਾਰਜਪਾਲਿਕਾ। ਨੋਮੀਨਲ ਐਗਜ਼ੀਕਿਊਟਿਵ ਪੇਪਰ 'ਚ ਪੁੱਛ ਲੈਣ ਤਾਂ ਕਿਹਨੂੰ ਕਿਹਾ ਜਾਂਦਾ ਜੀ? ਪ੍ਰੈਜ਼ੀਡੈਂਟ ਨੂੰ, ਠੀਕ ਹੈ। ਰੀਅਲ ਐਗਜ਼ੀਕਿਊਟਿਵ ਅਸਲੀ ਕਾਰਿਆਕਰਤਾ ਕੌਣ ਹੁੰਦਾ ਜੀ? ਉਹ ਹੁੰਦੇ ਆ ਜੀ ਪ੍ਰਾਈਮ ਮਿਨਿਸਟਰ। ਕਲੀਅਰ ਹੈ ਜੀ? ਯਾਦ ਰੱਖਿਓ, ਨੋਮੀਨਲ ਐਗਜ਼ੀਕਿਊਟਿਵ ਪੇਪਰ 'ਚ ਪੁੱਛ ਲੈਣ ਤਾਂ ਪ੍ਰੈਜ਼ੀਡੈਂਟ, ਰੀਅਲ ਐਗਜ਼ੀਕਿਊਟਿਵ ਪ੍ਰਾਈਮ ਮਿਨਿਸਟਰ। ਕਲੀਅਰ ਹੈ ਜੀ? ਇੰਨੀ ਗੱਲ। ਡੀ ਜ਼ੂਰੇ ਟਰਮ ਵਰਤੀ ਜਾਂਦੀ ਹੈ ਜੀ ਇੱਕ ਹੁੰਦਾ ਜੀ ਡੀ ਫੈਕਟੋ, ਠੀਕ ਹੈ। ਡੀ ਜ਼ੂਰੇ ਹੈਡ ਆਫ ਦਾ ਐਗਜ਼ੀਕਿਊਟਿਵ ਕੌਣ ਹੁੰਦਾ ਜੀ? ਪ੍ਰੈਜ਼ੀਡੈਂਟ, ਮਤਲਬ ਨਾਮ ਦਾ, ਠੀਕ ਹੈ। ਬਟ ਅਸਲੀ ਜਿਹੜਾ ਮੁਖੀ ਹੁੰਦਾ ਡੀ ਫੈਕਟੋ ਹੁੰਦਾ ਉਹ ਕੌਣ ਹੁੰਦਾ ਜੀ? ਪ੍ਰਾਈਮ ਮਿਨਿਸਟਰ, ਠੀਕ ਹੈ। ਪ੍ਰਾਈਮ ਮਿਨਿਸਟਰ ਐਟ ਪ੍ਰੈਜ਼ੈਂਟ ਕੌਣ ਨੇ ਜੀ? ਨਰਿੰਦਰ ਮੋਦੀ। ਕਲੀਅਰ ਹੈ ਜੀ? ਚੀਫ ਜਸਟਿਸ ਆਫ ਇੰਡੀਆ ਪੇਪਰ ਦੇ ਵਿੱਚ ਪੁੱਛ ਲੈਣਾ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ ਜੀ? 65 ਈਅਰ ਹੁੰਦੀ ਹੈ,
ठीक है। जे तो पुछण सुप्रीम कोर्ट के जज की रिटायरमेंट कितनी होंगी है जी, 65 साल होंगी है। जे पुछण हाई कोर्ट के जज की तो फिर होंगी है जी 62। ध्यान रखियो, सुपर इंपॉर्टेंट है। सुप्रीम कोर्ट के जज नूं सहुं कौन चुकाउंदा जी, प्रेजिडेंट करता है सहुं चुकाउंदा जी। हाई कोर्ट के जज नूं देखो जे तो करना होवे अपॉइंट, फिर कौन करता जी, फिर तो करता जी प्रेजिडेंट। जे पेपर च पुछ लेना हाई कोर्ट का जिहड़ा जज है उन्होंने कौन अपॉइंट करता जी, प्रेजिडेंट करता जी। बट जे सहुं चुकावे तो कौन चुकाउंदा जी, गवर्नर। क्लीयर है जी। हाई कोर्ट के जज नूं। अटॉर्नी जनरल ऑफ इंडिया, हाईएस्ट लॉ ऑफिसर ऑफ इंडिया, पेपर च पुछ लैन कौन हुंदा जी, हाईएस्ट लॉ ऑफिसर ऑफ इंडिया, अटॉर्नी जनरल ऑफ इंडिया। ठीक है। अटॉर्नी जनरल का जिहड़ा टन्योर हुंदा वो हुंदा जी ड्यू टू प्लैजर ऑफ प्रेजिडेंट। जे आ टर्म पेपर के ऑप्शन के लिख मिलूगी तो तुसीं ये टिक करके आना, होर किसी ते भी टिक नहीं करना। ठीक है। ही इज़ नॉट द मैंबर ऑफ कैबिनेट, जिहड़े अटॉर्नी जनरल होंदे ने ये मैंबर नहीं होंदे कैबिनेट के जां पार्लीमेंट के, बट ही हैज़ द राइट टू स्पीक इन आइदर हाउस ऑफ पार्लीमेंट। तो पेपर के पुछ सकते हैं कौन ऐसा बंदा है जिहड़ा मैंबर तो नहीं हुंदा पार्लीमेंट का, बट वो की ने जी अपनी जिहड़ी राय है जां बोल सकते हैं पार्लीमेंट दे विच, तां अटॉर्नी जनरल। ठीक है जी। हू वाज द फर्स्ट वूमैन चीफ जस्टिस ऑफ हाई कोर्ट। सुपर इंपॉर्टेंट है, बहुत बच्चे की ने जी कन्फ्यूज होंगे ने। तो यदा पहला आंसर है जी जिहड़ा हैगा वो सी ऑप्शन है, लीला सेठ। लीला सेठ है जिहड़े वो फर्स्ट वूमैन चीफ जस्टिस ऑफ हाई कोर्ट ने। ठीक है। तो पेपर च पुछ लैन तो यह किहड़ी हाई कोर्ट के चीफ जस्टिस रहे है जी, हिमाचल प्रदेश हाई कोर्ट के। क्लीयर है जी। पहला ये दिल्ली हाई कोर्ट के विच जज होंदे सी, इन्नी गल याद रखनी है। देखो जे तो पुछण भी वो लीला सेठ ने जिहड़े वो चीफ जस्टिस किहड़ी कोर्ट के विच बने ने, हिमाचल प्रदेश हाई कोर्ट। क्लीयर है जी। बट उदों पहलां जज होंदे सी दिल्ली हाई कोर्ट के विच, दिल्ली कोर्ट के विच। ठीक है जी। एना झंडे है जिहड़े जी ये की सीगे जी, फस्ट वूमैन जज सीगे। ठीक है। हाई कोर्ट के फस्ट वूमैन जज हाई कोर्ट के। तो एना झंडे सी कित्थे जी, दिल्ली हाई कोर्ट। क्लीयर है जी। फातिमा बीबी फस्ट वूमैन जज ऑफ सुप्रीम कोर्ट, पेपर च पुछ लैन तो फातिमा बीबी 1987 ਦੇ ਵਿੱਚ ਕੀ ਸੀਗੇ ਜੀ ਇਹ ਬਣੇ ਸੀਗੇ। ਤਾਂ पेपर च पुछ लैन सैकेंड वूमैन चीफ जस्टिस ऑफ सुप्रीम कोर्ट, पहले ਸੀਗੇ फातिमा बीबी सुप्रीम कोर्ट ਦੇ। जे दूजे पुछ लैन सैकेंड तो कौन ਸੀਗੇ जी, ज्ञान सुधा मिश्रा। याद रखियो, सुपर इंपॉर्टेंट है। ठीक है जी, ज्ञान सुधा मिश्रा। कील कनाल कनैक्ट्स बिटवीन, जी कील कनाल आ वो किनू किनू कनैक्ट करती है, तो याद रखियो सी ऑप्शन, नॉर्थ सी एंड बाल्टिक सी। नॉर्थ सी एंड बाल्टिक सी नू की है जी, कील कनाल आ वो कनैक्ट करती है। तो यदि ट्रिक तुसीं की याद रख सकते हो, बाल्टिक तो तुसीं बना लो बाल्टी। नॉर्थ देखो बाल्टी दे नॉर्थ विच किल गड्ढिया होया। ठीक है, याद रख लो बाल्टी दे नॉर्थ विच किल गड्ढिया होया, तो कील कनाल तुहानूं याद रह जूगा। ठीक है। पैसीफिक ओशियन ते कैरेबियन सी नूं जिहड़ा किहड़ी कनाल है कनैक्ट करदी है, वो है जी पनामा कनाल। पनामा कनाल पेपर च पुछ लैण किहनूं किहनूं कनैक्ट करदी है जी, पैसीफिक ओशियन ते कैरेबियन ओशियन। कैरेबियन सी नूं मैਡੀਟੇਰੀਅਨ सी है जिहड़ा ते रैड सी नूं जिहड़ी कनैक्ट करदी है, वो किहड़ी है जी, वो हैगी सुएज कनाल। सुपर इंपॉर्टेंट है भी। ठीक है। तो तिन्ने चारे चीज़ां ने जिहड़ियां ये तुसीं ध्यान दे विच रखणियां ने, पुछ सकदे आ। विच रिवर कट्स इक्वेटर ट्वाइस, किहड़ा रिवर है जिहड़ा वो इक्वेटर नूं 2 बार कटदा है, तो यह है जी कॉन्गो रिवर। कॉन्गो रिवर कट इक्वेटर ट्वाइस। ठीक है जी। नैसर लेक है जिहड़ी ये की है जी, मैन मेड लेक है। मैन मेड लेक पेपर च पुछ सकते हैं किहड़ी है जी, नैसर लेक है। अफ्रीका कंटीनेंट दे विच ये हैगी है। ठीक है जी। नील रिवर, नील रिवर जे पेपर दे विच पुछन तो गिफ्ट ऑफ, एक क्वेश्चन पुछ लैंदे ने, गिफ्ट ऑफ नाइल किहनूं कहा जाता है जी, इजिप्ट नूं कहा जाता है। ठीक है, इत्थों तुहानूं समझ आ जाऊगा नील रिवर है जिहड़ा ये कित्थे बहंदा जी, नील दे विच इजिप्ट दे विच।
ਗਿਫਟ ਆਫ ਨਾਈਲ ਕਿਹਨੂੰ ਕਿਹਾ ਜਾਂਦਾ ਜੀ? ਇਜਿਪਟ ਨੂੰ। ਇਜਿਪਟ ਦੀ ਜਿਹੜੀ ਕੈਪੀਟਲ ਆਉਗੀ ਜੀ ਕਾਇਰੋ। ਇੰਨੀ ਗੱਲ ਵੀ ਯਾਦ ਤੁਸੀਂ ਰੱਖਿਓ। ਤੇ ਹੋਰ ਆਪਾਂ ਇਹਦੇ ਬਾਰੇ ਕੀ ਪੜ੍ਹ ਸਕਦੇ ਹਾਂ? ਇਕੁਏਟਰ। ਇਕੁਏਟਰ ਨੂੰ ਹੋਰ ਕੀ ਕਿਹਾ ਜਾਂਦਾ ਜੀ? ਗ੍ਰੇਟ ਸਰਕਲ ਕਿਹਾ ਜਾਂਦਾ ਹੈ। ਠੀਕ ਹੈ, 0 ਡਿਗਰੀ। ਠੀਕ ਹੈ, ਗ੍ਰੇਟ ਸਰਕਲ ਕਿਹਨੂੰ ਕਿਹਾ ਜਾਂਦਾ ਜੀ? ਇਕੁਏਟਰ ਨੂੰ। ਮਤਲਬ ਆਹ ਇਕੁਏਟਰ ਹੈ, ਆਹ ਟ੍ਰੋਪਿਕ ਆਫ ਕੈਂਸਰ ਹੈ, ਆਹ ਟ੍ਰੋਪਿਕ ਆਫ ਕੈਪਰੀਕੌਨ ਹੈ। ਠੀਕ ਹੈ ਜੀ, ਯਾਦ ਰੱਖਿਓ। ਹੋਰ ਤੁਸੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਿਹੜੀ ਨੈਸਰ ਲੇਕ ਆ ਉਹ ਅਫਰੀਕਾ ਕੰਟੀਨੈਂਟ ਦੇ ਵਿੱਚ ਵਹਿੰਦੀ ਹੈ। ਤਾਂ ਸਾਰਿਆਂ ਨਾਲੋਂ ਵੱਡਾ ਜਿਹੜਾ ਮਹਾਂਦੀਪ ਹੈ ਜੀ ਉਹ ਕਿਹੜਾ ਜੀ? ਏਸ਼ੀਆ। ਠੀਕ ਹੈ, ਸਾਰਿਆਂ ਨਾਲੋਂ ਛੋਟਾ ਜਿਹੜਾ ਜੀ, ਇੱਥੇ ਦੇਖੋ ਧਿਆਨ ਨਾਲ, ਸਾਰਿਆਂ ਨਾਲੋਂ ਵੱਡਾ ਕਿਹੜਾ ਜੀ? ਏਸ਼ੀਆ। ਸਾਰਿਆਂ ਨਾਲੋਂ ਛੋਟਾ ਪੁੱਛ ਲੈਣ ਤਾਂ ਕਿਹੜਾ ਜੀ? ਆਸਟ੍ਰੇਲੀਆ। ਇੰਨੀ ਗੱਲ ਕਲੀਅਰ ਹੈ। ਏਸ਼ੀਆ ਤੋਂ ਬਾਅਦ ਜਿਹੜਾ ਦੂਜਾ ਨੰਬਰ ਆ ਉਹ ਕਿਹਦਾ ਜੀ? ਅਫਰੀਕਾ ਦਾ। ਇੰਨੀ ਗੱਲ ਕਲੀਅਰ ਹੈ ਜੀ। ਏਸ਼ੀਆ ਜਿਹੜਾ ਮਹਾਂਦੀਪ ਆ ਉਹ 30% ਹੈ, ਅਫਰੀਕਾ ਜਿਹੜਾ ਉਹ 20% ਹੈ। ਕਲੀਅਰ ਹੈ ਜੀ। ਹੁਣ ਬਹੁਤੇ ਬੱਚਿਆਂ ਨੂੰ ਕੁਐਸਚਨ ਪੁੱਛ ਲੈਣ ਕੋਈ ਕਿ ਜਿਹੜੇ ਸਾਰਿਆਂ ਨਾਲੋਂ ਵੱਧ ਦੇਸ਼ ਕਿਹੜੇ ਕੰਟੀਨੈਂਟ ਦੇ ਵਿੱਚ ਨੇ, ਤਾਂ ਬਹੁਤੇ ਕੀ ਕਰਨਗੇ? ਏਸ਼ੀਆ ਮਹਾਂਦੀਪ ਲੈ ਆਉਣਗੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਏਸ਼ੀਆ ਮਹਾਂਦੀਪ ਆ ਉਹ ਬਹੁਤ ਵੱਡਾ ਹੈ, ਅਫਰੀਕਾ ਨਾਲੋਂ ਵੀ ਵੱਡਾ ਹੈ। ਬਟ ਨਹੀਂ, ਜੇ ਦੇਖੋ ਪੁੱਛਣ ਵੀ ਸਾਰਿਆਂ ਨਾਲੋਂ ਵੱਡਾ ਮਹਾਂਦੀਪ ਕਿਹੜਾ, ਫਿਰ ਹੈਗਾ ਏਸ਼ੀਆ। ਬਟ ਸਾਰਿਆਂ ਨਾਲੋਂ ਵੱਧ ਜਿਹੜੇ ਕੰਟਰੀ ਨੇ ਉਹ ਕਿਹਦੇ ਵਿੱਚ ਨੇ ਜੀ? ਅਫਰੀਕਾ ਕੰਟੀਨੈਂਟ ਦੇ ਵਿੱਚ ਨੇ। ਠੀਕ ਹੈ, ਏਸ਼ੀਆ ਦੇ ਵਿੱਚ ਪੁੱਛ ਲੈਣ ਵੀ ਕਿੰਨੇ ਕੰਟਰੀਜ਼ ਨੇ, ਤਾਂ 48 ਕੰਟਰੀਜ਼ ਨੇ। ਠੀਕ ਹੈ, ਕਾਮਨਵੈਲਥ। ਕਾਮਨਵੈਲਥ ਵੀ ਤੁਸੀਂ ਸੁਣਿਆ ਹੋਊਗਾ। ਕਾਮਨਵੈਲਥ ਗੇਮਾਂ ਹੁੰਦੀਆਂ, ਕਾਮਨਵੈਲਥ ਦੇਸ਼ ਕਹਿ ਦਿੰਦੇ ਆ। ਠੀਕ ਹੈ, ਤਾਂ ਪੇਪਰ 'ਚ ਪੁੱਛ ਲੈਣ ਕਿੰਨੇ ਦੇਸ਼ ਨੇ ਕਾਮਨਵੈਲਥ ਕੰਟਰੀਜ਼, ਕਿੰਨੀਆਂ ਨੇ ਜੀ? 53 ਨੇ। ਕਲੀਅਰ ਹੈ ਜੀ। ਬਸ ਇੰਨਾ ਕੁ ਬਹੁਤ ਹੈ ਇਹਦੇ ਲਈ। ਵਿਚ ਆਫ ਦਾ ਫੋਲੋਇੰਗ ਸਟੇਟ ਡਜ਼ ਨਾਟ ਸ਼ੇਅਰ ਦਾ ਬਾਉਂਡਰੀ ਵਿਦ ਨੇਪਾਲ। ਦੇਖੋ ਜੀ, ਬਹੁਤ ਵਧੀਆ ਤੇ ਇੱਕ ਇੰਪੋਰਟੈਂਟ ਕੁਐਸਚਨ ਹੈ ਵੀ ਕਿਹੜਾ ਜਿਹੜਾ ਸਟੇਟ ਹੈ ਜਿਹੜਾ ਇੰਡੀਆ ਦਾ, ਉਹ ਨੇਪਾਲ ਦੇ ਨਾਲ ਬਾਉਂਡਰੀ ਆਪਦੀ ਸ਼ੇਅਰ ਨਹੀਂ ਕਰਦਾ। ਤਾਂ ਡੀ ਆਪਸ਼ਨ ਹੈ ਜਿਹੜਾ ਇਹਦਾ ਸਹੀ ਆਨਸਰ ਹੈ, ਮਿਜ਼ੋਰਮ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਕਿ ਦੇਖੋ ਪਹਿਲਾਂ ਆਪਾਂ ਨੇਪਾਲ ਵਾਲੀ ਬਾਉਂਡਰੀ ਹੈ ਜਿਹੜੀ ਉਹੀ ਦੇਖਦੇ ਹਾਂ ਵੀ ਕਿਹਦੇ ਨਾਲ ਸ਼ੇਅਰ ਕਰਦਾ। ਇਹਦੀ ਤੁਸੀਂ ਟ੍ਰਿਕ ਪਤਾ ਕੀ ਯਾਦ ਰੱਖਣੀ ਹੈ? ਤੁਸੀਂ MBBS ਦੀ ਡਿਗਰੀ ਯਾਦ ਰੱਖੀ ਹੋਊ, ਪਤਾ ਹੀ MBBS। ਠੀਕ ਹੈ, ਤਾਂ ਤੁਸੀਂ ਕੀ ਕਰੋ? UBBS। ਠੀਕ ਹੈ, UUVBS। ਠੀਕ ਹੈ, ਐਂ ਯਾਦ ਰੱਖ ਲਓ। ਨੇਪਾਲ ਕਿਹਦੇ ਨਾਲ ਬਾਉਂਡਰੀ ਆਪਦੀ ਸ਼ੇਅਰ ਕਰਦਾ ਹੈ? U ਤੋਂ ਉੱਤਰਾਖੰਡ, U ਤੋਂ UP ਉੱਤਰ ਪ੍ਰਦੇਸ਼, B ਤੋਂ ਬਿਹਾਰ, B ਤੋਂ ਵੈਸਟ ਬੰਗਾਲ। ਠੀਕ ਹੈ, ਵੈਸਟ ਬੰਗਾਲ ਬੰਗਲਾਦੇਸ਼, ਮਤਲਬ ਵੈਸਟ ਬੰਗਾਲ ਯਾਦ ਰੱਖ ਲਓ, ਬੰਗਲਾਦੇਸ਼ ਨਹੀਂ ਆਊਗਾ। ਵੈਸੇ ਇੱਕ ਯਾਦ ਰੱਖਣ ਲਈ ਕਿਹਾ ਮੈਂ ਤੁਹਾਨੂੰ। ਠੀਕ ਹੈ, ਵੈਸਟ ਬੰਗਾਲ ਜਾਂ ਪੱਛਮੀ ਬੰਗਾਲ ਕਹਿੰਦੇ ਜੀ। ਠੀਕ ਹੈ, ਤੇ ਸਿੱਕਿਮ। ਕਲੀਅਰ ਹੈ ਜੀ। ਦੇਖੋ ਨੇਪਾਲ ਹੈ ਜਿਹੜਾ ਉਹ 5 ਕੰਟਰੀਆਂ ਦੇ ਨਾਲ ਹੈ ਜਿਹੜਾ ਉਹ ਆਪਦੀ ਬਾਉਂਡਰੀ 5 ਕੰਟਰੀਆਂ ਨਾਲ ਨਹੀਂ, ਇੰਡੀਆ ਦੀ 5 ਸਟੇਟਾਂ ਦੇ ਨਾਲ ਨੇਪਾਲ ਹੈ ਜਿਹੜੀ ਬਾਉਂਡਰੀ ਸ਼ੇਅਰ ਕਰਦਾ। ਠੀਕ ਹੈ, ਤੇ ਇੱਥੇ ਨੇਪਾਲ ਦੇ ਜਿਹੜੇ ਸਪੈਲਿੰਗ ਨੇ ਉਹ ਵੀ 5 ਨੇ। ਠੀਕ ਹੈ, ਐਂ ਵੀ ਯਾਦ ਰੱਖ ਸਕਦੇ ਹੋ। ਪੇਪਰ 'ਚ ਕਿਵੇਂ ਵੀ ਪੁੱਛ ਲਿਓ ਵੀ ਨੇਪਾਲ ਕਿੰਨੀਆਂ ਸਟੇਟਾਂ ਨਾਲ ਸ਼ੇਅਰ ਕਰਦਾ? 5 ਨਾਲ। ਕਿਹੜੀ ਨਾਲ ਨਹੀਂ ਕਰਦਾ, ਕਿਹੜੀ ਨਾਲ ਕਰਦਾ, ਜਿਵੇਂ ਵੀ ਮੋਲਡ ਕਰ ਲਿਓ। ਠੀਕ ਹੈ ਜੀ। ਹੁਣ ਆ ਜਾਓ ਦੂਜੀ ਗੱਲ, ਪੇਪਰ 'ਚ ਜੇ ਪੁੱਛ ਲੈਣ ਜਿਹੜਾ ਇੰਡੀਆ ਹੈ ਉਹ ਕਿੰਨੀਆਂ ਕੰਟਰੀਆਂ ਦੇ ਨਾਲ ਆਪਣੀ ਬਾਉਂਡਰੀ ਹੈ ਜਿਹੜੀ ਉਹ ਸ਼ੇਅਰ ਕਰਦਾ, ਤਾਂ 7 ਕੰਟਰੀਆਂ ਦੇ ਨਾਲ ਹੈ ਜੀ ਉਹ ਜਿਹੜੀ ਬਾਉਂਡਰੀ ਹੈ ਸ਼ੇਅਰ ਕਰਦਾ। ਜਿਹੜੀ ਲੈਂਡ ਬਾਉਂਡਰੀ ਆਪਣੀ ਇੰਡੀਆ ਦੀ ਉਹ ਕਿੰਨੀ ਹੈ ਜੀ? ਇਹ ਵੀ ਪੁੱਛ ਸਕਦਾ। ਤਾਂ ਉਹ ਹੈਗੇ ਜੀ 15,200 ਕਿਲੋਮੀਟਰ। ਠੀਕ ਹੈ, 15,200 ਕਿਲੋਮੀਟਰ। ਇਹਦੀ ਟ੍ਰਿਕ ਤੁਸੀਂ ਯਾਦ ਰੱਖਣੀ ਹੈ ਜੀ, ਬਚਪਨ। कॉमन ट्रिक है जी, बहुत बस हर एक पास यही यूज़ होती है। बचपन में MBA किया, बचपन में MBA किया। ठीक है, तो की याद रख सकते हो? BA तो की याद रख सकते हो जी? बांग्लादेश। CH तो चाइना, PA तो पाकिस्तान, N तो नेपाल, M तो म्यांमार, B तो भूटान, A तो अफगानिस्तान। अफगानिस्तान के नाल अप्रोक्सीमेशन मैनूं लगदा सब तो थोड़ी बाउंड्री शेयर करता, 88 किलोमीटर करता है। पेपर 'च पुछ लैण सारे नाल वंड जिहड़ी लैंड बाउंड्री है वो शेयर करता किहदे नाल? बांग्लादेश नाल। किन्नी जी? 4053 किलोमीटर। ठीक है, चाइना नाल किन्नी शेयर करता जी? 3380 किलोमीटर। पाकिस्तान किन्नी करता जी? 2912 किलोमीटर। ठीक है, ये तिन्ने चारे तुसीं याद रख सकते हो। सारे नाल वध वाली याद रख लो, सारे नाल घट वाली याद रख लो। ठीक है जी, इन्नी गल क्लीयर है। फिर उस तो बाद आ जाती है जी गल भी तुहाडी भूटान नाल किन्नियां स्टेटां ने जिहड़ियां ओह शेयर करदियां ने बाउंडरी,
ਤਾਂ 4 ਸਟੇਟਾਂ ਨੇ ਜਿਹੜੀਆਂ ਉਹ ਭੂਟਾਨ ਨਾਲ ਸ਼ੇਅਰ ਕਰਦੀਆਂ। ਇਹ ਆਉਂਦੇ ਨੇ ਜੀ ਕੁਐਸਚਨ, ਬਹੁਤ ਇੰਪੋਰਟੈਂਟ ਹੈ। ਐਗਜ਼ਾਮੀਨਰ ਮੁੜ ਮੁੜ ਕੇ ਇਹੀ ਰਿਪੀਟ ਕਰੀ ਜਾਂਦਾ, ਕਿਹਦੇ ਨਾਲ ਸ਼ੇਅਰ ਕਰਦਾ ਹੈ, ਕਿੰਨੇ ਨਾਲ ਸ਼ੇਅਰ ਕਰਦਾ ਹੈ, ਕਿਹੜੀ ਸਟੇਟ ਦੇ ਵਿੱਚ ਕਰਦਾ ਹੈ, ਠੀਕ ਹੈ। ਤਾਂ ਸਭ ਕੁਝ ਧਿਆਨ ਨਾਲ ਤੁਸੀਂ ਪੜ੍ਹਨਾ। ਭੂਟਾਨ ਦੇ ਨਾਲ 4 ਸ਼ੇਅਰ ਕਰਦਾ ਜੀ, 4 ਸਟੇਟਾਂ ਦੀ ਜਿਹੜੀ ਬਾਉਂਡਰੀ ਆ ਉਹ ਸ਼ੇਅਰ ਹੁੰਦੀ ਹੈ। ਤਾਂ ਇਹਦੀ ਟ੍ਰਿਕ ਬਣਾ ਲਓ ਤੁਸੀਂ ਜੀ, ਸਾਬ। ਐਸ ਤੇ ਸਿੱਕਮ, ਏ ਤੇ ਅਸਮ, ਠੀਕ ਹੈ, ਏ ਤੇ ਅਰੁਣਾਚਲ ਪ੍ਰਦੇਸ਼, ਡਬਲਿਊ ਤੇ ਵੈਸਟ ਬੰਗਾਲ, ਠੀਕ ਹੈ ਜੀ। ਯਾਦ ਰੱਖਿਓ, ਐਸ ਤੇ ਸਿੱਕਮ ਲਿਖੀ ਦਿੰਦਾ ਚਲੋ ਮੈਂ, ਏ ਤੇ ਅਸਾਮ, ਅਰੁਣਾਚਲ ਪ੍ਰਦੇਸ਼, ਠੀਕ ਹੈ ਜੀ। ਧਿਆਨ ਰੱਖਿਓ। ਹੋਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਦੱਸ ਦਿੰਦਾ, ਕੀ ਦੱਸ ਸਕਦਾ। ਪਾਕਿਸਤਾਨ ਦੇ ਨਾਲ ਕਿੰਨੀਆਂ ਜਿਹੜੀਆਂ ਸਟੇਟਾਂ ਨੇ ਆਪਣੀਆਂ ਉਹ ਸ਼ੇਅਰ ਕਰਦੀਆਂ ਬਾਉਂਡਰੀ। ਗੁਜਰਾਤ, ਠੀਕ ਹੈ, ਰਾਜਸਥਾਨ, ਠੀਕ ਹੈ ਜੀ, ਪੰਜਾਬ ਐਂਡ ਜੰਮੂ ਕਸ਼ਮੀਰ, ਠੀਕ ਹੈ। ਇੰਨੀ ਗੱਲ ਕਲੀਅਰ ਹੈ ਜੀ। 4 ਜਿਹੜੀਆਂ ਸਟੇਟਾਂ ਨੇ ਉਹ ਪਾਕਿਸਤਾਨ ਦੇ ਨਾਲ ਸਾਡੀ ਜਿਹੜੀ ਬਾਉਂਡਰੀ ਹੈ ਉਹ ਸ਼ੇਅਰ ਕਰਦੀ ਹੈ, ਠੀਕ ਹੈ ਜੀ। ਅਤੇ ਜੇ ਚਲੋ ਕੋਈ ਨਹੀਂ, ਇਸ ਤੋਂ ਇਲਾਵਾ ਆਪਾਂ ਜੇ ਕੁਛ ਹੋਰ ਅਗਲੀ ਵੀਡੀਓ ਦੇ ਵਿੱਚ ਮੈਂ ਥੋੜ੍ਹਾ ਦੱਸ ਦੂੰਗਾ। ਇੱਥੇ ਇਨਫੋਰਮੇਸ਼ਨ ਕਾਫੀ ਹੋਊਗੀ ਤਾਂ ਵੀਡੀਓ ਲੰਬੀ ਹੋ ਜੂਗੀ। ਪ੍ਰੋਜੈਕਟ ਰਹੀਨੋ ਸਟਾਰਟਸ ਇਨ ਈਅਰ। ਪ੍ਰੋਜੈਕਟ ਜਿਹੜਾ ਰਹੀਨੋਸੌਰਸ ਮਤਲਬ ਇੱਕ ਸਿੰਗ ਵਾਲਾ ਗੈਂਡਾ ਜਿਹੜਾ ਉਹ ਸਟਾਰਟ ਹੋਇਆ ਕਦੋਂ ਹੋਇਆ? ਤਾਂ ਇਹ ਹੋਇਆ ਜੀ ਤੁਹਾਡਾ 1987 ਦੇ ਵਿੱਚ। ਬੀ ਆਪਸ਼ਨ। 1987 ਦੇ ਵਿੱਚ ਹੀ ਕੀ ਹੈ ਜੀ, ਗੋਆ ਕੇਮ ਇਨਟੂ ਐਗਜ਼ਿਸਟੈਂਸ ਹੋਇਆ ਸੀ, ਠੀਕ ਹੈ। ਗੋਆ ਹੋਂਦ ਦੇ ਵਿੱਚ ਆਇਆ ਸੀ, ਪੇਪਰ ਦੇ ਵਿੱਚ ਪੁੱਛ ਲੈਣ। ਤਾਂ ਗੋਆ ਕਿੰਨਵੀਂ ਸਟੇਟ ਹੈ ਜੀ? 25ਵੀਂ ਸਟੇਟ ਹੈ, ਠੀਕ ਹੈ। ਆਪਾਂ ਥੋੜ੍ਹਾ ਜਿਹਾ ਨਾ ਵਾਈਡ ਵਗ ਜਾਂਦੇ ਹਾਂ, ਤਾਂ ਬਹੁਤ ਸਾਰੀ ਇਨਫੋਰਮੇਸ਼ਨ ਬਸ ਦੇਣ ਨੂੰ ਮੈਂ ਦੇਈ ਜਾਊਂਗਾ ਅਤੇ ਤੁਸੀਂ ਆਪਦਾ ਨੋਟ ਕਰੀ ਚੱਲੋ, ਠੀਕ ਹੈ ਜੀ। ਕਿਸੇ ਨਾ ਕਿਸੇ ਤਰੀਕੇ ਨਾਲ ਲਿੰਕ ਜੁੜਦਾ ਹੀ ਰਹਿੰਦਾ। ਦੇਖੋ ਜੀ, ਹੁਣ ਮੈਂ ਤੁਹਾਨੂੰ ਕੀ ਗੱਲ ਕਹੀ ਹੈ, ਪ੍ਰੋਜੈਕਟ ਰਹੀਨੋ। ਤਾਂ ਇਹਦੇ ਨਾਲ ਦੇ ਪ੍ਰੋਜੈਕਟ ਨੇ ਜਿਹੜੇ ਇੰਪੋਰਟੈਂਟ ਉਹ ਕਿਹੜੇ ਨੇ ਤੁਸੀਂ ਯਾਦ ਰੱਖਣਾ ਹੈ ਜੀ। ਪ੍ਰੋਜੈਕਟ ਹੰਗੁਲ, ਇਹ ਵੀ ਕੋਈ ਪੰਛੀ ਜਾਂ ਜਾਨਵਰ ਹੋਊਗਾ। ਪ੍ਰੋਜੈਕਟ ਹੰਗੁਲ, ਪ੍ਰੋਜੈਕਟ ਟਾਈਗਰ, ਠੀਕ ਹੈ ਜੀ। ਪ੍ਰੋਜੈਕਟ ਰਹੀਨੋ, ਹੋਰ ਯਾਦ ਰੱਖ ਲਓ ਜੀ, ਪ੍ਰੋਜੈਕਟ ਐਲੀਫੈਂਟ, ਠੀਕ ਹੈ। 4 ਯਾਦ ਰੱਖ ਲਓ, ਸੁਪਰ ਇੰਪੋਰਟੈਂਟ ਹੈ। ਪ੍ਰੋਜੈਕਟ ਹੰਗੁਲ ਕਦੋਂ ਸਟਾਰਟ ਹੋਇਆ ਜੀ? 1970 ਦੇ ਵਿੱਚ। ਟਾਈਗਰ ਬਹੁਤ ਪੁੱਛਿਆ ਜਾਂਦਾ ਪੇਪਰ ਦੇ ਵਿੱਚ, 1973। ਰਹੀਨੋ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ, 1987। ਐਲੀਫੈਂਟ 1992। ਕਲੀਅਰ ਹੈ ਜੀ, ਸੁਪਰ ਇੰਪੋਰਟੈਂਟ ਗੱਲਾਂ ਨੇ, ਧਿਆਨ ਰੱਖਿਓ। ਫਸਟ ਵੂਮੈਨ ਜੱਜ ਆਫ ਹਾਈ ਕੋਰਟ। ਫਸਟ ਵੂਮੈਨ ਜੱਜ ਆਫ ਹਾਈ ਕੋਰਟ ਤਾਂ ਉਹਨਾਂ ਦਾ ਨਾਮ ਕੀ ਸੀਗਾ ਜੀ? ਐਨਾ ਚੈਂਡੇ, ਦਿੱਲੀ ਹਾਈ ਕੋਰਟ ਦੇ ਸੀਗੇ ਜੀ ਇਹ, ਦਿੱਲੀ ਹਾਈ ਕੋਰਟ, ਠੀਕ ਹੈ ਜੀ। ਛੰਨੋ ਦੇਵੀ ਫਸਟ, ਸੁਪਰ ਇੰਪੋਰਟੈਂਟ ਹੈ ਜੀ, ਫਸਟ ਵੂਮੈਨ ਸਪੀਕਰ ਆਫ ਲੈਜਿਸਲੇਟਿਵ ਅਸੈਂਬਲੀ। ਵਿਧਾਨ ਸਭਾ ਦੀ ਪਹਿਲੀ ਵੂਮੈਨ ਸਪੀਕਰ ਪੇਪਰ 'ਚ ਪੁੱਛ ਲੈਣਾ ਤਾਂ ਕੌਣ ਸੀਗੇ ਜੀ? ਛੰਨੋ ਦੇਵੀ। ਸਰੋਜਨੀ ਨਾਇਡੂ ਫਸਟ ਗਵਰਨਰ ਕਿਹੜੇ ਗਵਰਨਰ ਜੀ? ਵੂਮੈਨ ਗਵਰਨਰ, ਠੀਕ ਹੈ, ਪੇਪਰ 'ਚ ਪੁੱਛ ਲੈਣ। ਫਸਟ ਵੂਮੈਨ ਗਵਰਨਰ ਆਫ ਇੰਡੀਪੈਂਡੈਂਟ ਇੰਡੀਆ ਤਾਂ ਕੌਣ ਸੀਗੇ ਜੀ? ਸਰੋਜਨੀ ਨਾਇਡੂ। ਇਹਨਾਂ ਨੇ ਜੀ INC ਸੈਸ਼ਨ ਵੀ ਲਾਇਆ ਹੋਇਆ ਹੈ, ਪੇਪਰ 'ਚ ਪੁੱਛ ਲੈਣ। ਫਸਟ ਇੰਡੀਅਨ ਵੂਮੈਨ ਪ੍ਰੈਜ਼ੀਡੈਂਟ ਆਫ INC ਤਾਂ ਸਰੋਜਨੀ ਨਾਇਡੂ। ਇਹਨਾਂ ਦੀ ਮੈਂ ਤੁਹਾਨੂੰ ਇੱਕ ਬੁੱਕ, 2 ਕਿਤਾਬਾਂ ਜਿਹੜੀਆਂ ਉਹ ਦੱਸ ਦਿੰਦਾ ਜੀ, ਯਾਦ ਕਰ ਲਿਓ। ਗੋਲਡਨ, ਸੁਪਰ ਇੰਪੋਰਟੈਂਟ ਕਿਤਾਬਾਂ ਨੇ, ਗੋਲਡਨ ਥ੍ਰੈਸ਼ਹੋਲਡਸ ਅਤੇ ਬ੍ਰੋਕਨ ਵਿੰਗਸ, ਠੀਕ ਹੈ ਜੀ। 2 ਕਿਤਾਬਾਂ ਕਿਹਦੀਆਂ ਨੇ ਜੀ? ਸਰੋਜਨੀ ਨਾਇਡੂ ਦੀਆਂ, ਠੀਕ ਹੈ। ਸਰੋਜਨੀ ਨਾਇਡੂ ਜੀ ਨੇ ਕੀ ਸੀਗਾ ਜੀ, ਦੂਜਾ ਜਿਹੜਾ ਰਾਊਂਡ ਟੇਬਲ ਕਾਨਫਰੰਸ ਹੋਈ ਸੀ, ਰਾਊਂਡ ਟੇਬਲ ਕਾਨਫਰੰਸ, ਗੋਲ ਮੇਜ਼ ਕਾਨਫਰੰਸ ਹੋਈ ਸੀ ਸੈਕਿੰਡ, ਉਹਦੇ ਵਿੱਚ ਪੇਪਰ 'ਚ ਪੁੱਛ ਲੈਣ ਕਿਹਨੇ ਪਾਰਟੀਸਪੇਟ ਕੀਤਾ ਸੀ? INC ਨੇ ਪਾਰਟੀਸਪੇਟ ਕੀਤਾ ਸੀ, ਬਿਲਕੁਲ ਕੀਤਾ ਸੀਗਾ ਜੀ। INC ਨੂੰ ਰਿਪਰੈਜ਼ੈਂਟ ਕੌਣ ਕਰ ਰਹੇ ਸੀਗੇ ਜੀ? ਮਹਾਤਮਾ ਗਾਂਧੀ ਰਿਪਰੈਜ਼ੈਂਟ ਕਰ ਰਹੇ ਸੀਗੇ। ਵੂਮੈਨ ਵੱਲੋਂ ਰਿਪਰੈਜ਼ੈਂਟ ਕੌਣ ਕਰ ਰਹੇ ਸੀਗੇ ਜੀ? ਸਰੋਜਨੀ ਨਾਇਡੂ, ਠੀਕ ਹੈ। ਇੱਥੋਂ ਮੈਨੂੰ ਹੋਰ ਕੁਐਸਚਨ ਯਾਦ ਆ ਗਿਆ ਜੀ। ਨਾਈਟਿੰਜੇਲ ਆਫ ਇੰਡੀਆ ਪੇਪਰ 'ਚ ਪੁੱਛ ਲੈਣ, ਨਾਈਟਿੰਜੇਲ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਜੀ? ਸਰੋਜਨੀ ਨਾਇਡੂ ਨੂੰ, ਠੀਕ ਹੈ ਜੀ। ਲੀਲਾ ਸੇਠ ਫਸਟ ਵੂਮੈਨ ਚੀਫ ਜਸਟਿਸ ਆਫ ਹਾਈ ਕੋਰਟ, ਠੀਕ ਹੈ ਜੀ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਇਹ ਬਣੇ ਸੀਗੇ, ਠੀਕ ਹੈ ਜੀ। ਹੋਰ ਮੈਂ ਇੱਕ ਮੈਨੂੰ ਨਿਕਨੇਮ ਯਾਦ ਆਈ ਜਾਂਦਾ ਜੀ, ਪੈਰਟ ਆਫ ਇੰਡੀਆ। ਪੈਰਟ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਜੀ? ਅਮੀਰ ਖੁਸਰੋ, ਠੀਕ ਹੈ ਜੀ। ਯਾਦ ਰੱਖਿਓ, ਅਲਾਉਦੀਨ ਖਿਲਜੀ ਵੇਲੇ
ਇਹ ਕੰਟੈਂਪਰੇਰੀ ਸੀਗੇ ਉਹਨਾਂ ਦੇ, ਠੀਕ ਹੈ, ਅਮੀਰ ਖੁਸਰੋ। ਅਤੇ ਇਹਨਾਂ ਦੀ ਇੱਕ ਬੁੱਕ ਯਾਦ ਰੱਖਣੀ ਹੈ ਜੀ, ਖਾਮ ਸ਼ਾਹ, ਸੁਪਰ ਇੰਪੋਰਟੈਂਟ ਆ, ਬਹੁਤ ਬੱਚਿਆਂ ਨੇ ਪੜ੍ਹੀ ਨਹੀਂ ਹੋਣੀ, ਪੁੱਛ ਲੈਂਦਾ ਪੇਪਰ ਦੇ ਵਿੱਚ। ਤਾਂ ਠੀਕ ਹੈ, ਦੂਰ ਦੂਰ ਤੱਕ ਬੱਚੇ ਇਹ ਜਿਹੜਾ ਗਲਤ ਕਰਕੇ ਆਉਂਦੇ ਨੇ। ਖਾਮ ਸ਼ਾਹ ਅਮੀਰ ਖੁਸਰੋ ਦੀ ਕੀ ਹੈ ਜੀ, ਕਿਤਾਬ ਹੈ, ਠੀਕ ਹੈ। ਫਸਟ ਵੂਮੈਨ ਓਲੰਪਿਕ ਮੈਡਲ ਵਿਨਰ, ਓਲੰਪਿਕ ਦੇ ਵਿੱਚ ਪਹਿਲੀ ਵੂਮੈਨ ਜਿਹੜੀ ਮੈਡਲ ਵਿਨਰ ਸੀਗੀ ਉਹ ਕੌਣ ਸੀਗੀ ਜੀ, ਕਰਨਮ ਮਲੇਸ਼ਵਰੀ, ਠੀਕ ਹੈ। ਇਹ ਆਇਆ ਹੋਇਆ ਕੁਐਸਚਨ ਹੈ ਜੀ ਪੇਪਰ ਦੇ ਵਿੱਚ। ਤਾਂ ਕਿਹੜਾ ਜਿਹੜਾ ਇਹ ਕਿਹੜੀ ਖੇਡ ਦੇ ਵਿੱਚ ਇਹਨਾਂ ਨੂੰ ਕੀ ਹੈ ਜੀ ਮਿਲਿਆ, ਇੱਕ ਵੇਟ ਲਿਫਟਰ ਹੈ ਜੀ, ਵੇਟ ਲਿਫਟਰ ਪੁੱਛ ਸਕਦੇ ਨੇ ਪੇਪਰ ਦੇ ਵਿੱਚ। ਨੀਰਜਾ ਭਨੋਟ ਪਹਿਲੀ ਵੂਮੈਨ ਹੈ ਜੀ, ਫਸਟ ਵੂਮੈਨ ਟੂ ਗੈਟ ਅਸ਼ੋਕ ਚੱਕਰ, ਇਹ ਗੱਲ ਯਾਦ ਰੱਖਿਓ। ਦੁਰਗਾ ਬੈਨਰਜੀ ਫਸਟ ਇੰਡੀਅਨ ਏਅਰਲਾਈਨ ਪਾਇਲਟ, ਕੌਣ ਸੀਗੇ ਜੀ, ਦੁਰਗਾ ਬੈਨਰਜੀ, ਠੀਕ ਹੈ। ਕਿਰਨ ਬੇਦੀ ਫਸਟ ਵੂਮੈਨ IPS ਆਫਿਸਰ, ਠੀਕ ਹੈ। ਧਿਆਨ ਰੱਖਿਓ, ਬਹੁਤ ਇੰਪੋਰਟੈਂਟ ਇਹ ਸਾਰੀ ਇਨਫੋਰਮੇਸ਼ਨ ਹੈ। ਓਲੰਪਿਕ ਦੇ ਵਿੱਚ ਕਿੰਨੇ ਹੁੰਦੇ ਨੇ ਜੀ, 5 ਸਰਕਲ ਹੁੰਦੇ ਨੇ, ਠੀਕ ਹੈ, ਇੰਨੀ ਗੱਲ ਵੀ ਯਾਦ ਰੱਖਿਓ। ਜਿਹੜਾ ਪਹਿਲਾ ਮਾਡਰਨ ਓਲੰਪਿਕ ਹੋਇਆ ਸੀ ਉਹ ਹੋਇਆ ਸੀਗਾ ਜੀ 1896 ਦੇ ਵਿੱਚ, ਗਰੀਸ ਦੇ ਵਿੱਚ, ਠੀਕ ਹੈ। ਫਸਟ ਵਿੰਟਰ ਓਲੰਪਿਕ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕਦੋਂ ਹੋਇਆ ਜੀ, 1924 ਫਰਾਂਸ ਦੇ ਵਿੱਚ, ਠੀਕ ਹੈ। ਇਹਨੂੰ ਮਾੜਾ ਜਿਹਾ ਨਾ 1924 ਜਾਂ 1926, ਠੀਕ ਹੈ, 1926 ਫਰਾਂਸ ਚੈੱਕ ਕਰ ਲਿਓ। ਮੈਨੂੰ ਥੋੜ੍ਹਾ ਜਿਹਾ ਨਾ 99.9% ਸਹੀ ਆ, 1% ਮੈਨੂੰ 1926 ਲੱਗਦਾ, ਤਾਂ ਪਲੀਜ਼ ਗੂਗਲ ਕਰ ਲਿਓ, ਧਿਆਨ ਰੱਖਿਓ। ਵਿਚ ਸਿਟੀ ਇਜ਼ ਆਲਸੋ ਨੋਨ ਐਜ਼ ਸਿਟੀ ਆਫ ਪੈਲੇਸਸ, ਸਿਟੀ ਆਫ ਪੈਲੇਸਸ ਕਿਹਨੂੰ ਕਿਹਾ ਜਾਂਦਾ ਜੀ, ਕਲਕੱਤਾ ਨੂੰ ਕਿਹਾ ਜਾਂਦਾ ਜੀ। ਵੈਸਟ ਬੰਗਾਲ ਦੀ ਕੀ ਹੈ ਜੀ, ਕੈਪੀਟਲ ਹੈ। ਕਿਹੜੀ ਨਦੀ ਦੇ ਕਿਨਾਰੇ ਵਸਿਆ ਹੋਇਆ ਜੀ, ਹੁਗਲੀ ਦੇ ਕਿਨਾਰੇ ਵਸਿਆ ਹੋਇਆ, ਪੇਪਰ 'ਚ ਪੁੱਛਦੇ ਨੇ। ਰੋਮ, ਰੋਮ ਨੂੰ ਰੋਮ ਹੋਰ ਪੁੱਛ, ਇਟਰਨਲ ਸਿਟੀ ਪੇਪਰ 'ਚ ਪੁੱਛ ਲੈਣ, ਪੁੱਛਦੇ ਵੀ ਨਹੀਂ ਬਹੁਤ। ਇੰਟਰਨਲ ਸਿਟੀ ਕਿਹਨੂੰ ਕਿਹਾ ਜਾਂਦਾ ਜੀ, ਰੋਮ ਨੂੰ ਕਿਹਾ ਜਾਂਦਾ। ਚੰਡੀਗੜ੍ਹ ਫਸਟ ਪਲੈਨਡ ਸਿਟੀ ਹੈ ਜੀ, ਇਹ ਪੇਪਰ 'ਚ ਜੇ ਪੁੱਛਣ ਫਸਟ ਪਲੈਨਡ ਸਿਟੀ ਕਿਹੜੀ ਹੈ ਜੀ, ਚੰਡੀਗੜ੍ਹ ਹੈ, ਠੀਕ ਹੈ। ਜਵਾਹਰ ਲਾਲ ਨਹਿਰੂ ਦੀ ਕੀ ਹੈ ਜੀ, ਇਹ ਇੱਕ ਡਰੀਮ ਸਿਟੀ ਸੀਗੀ, ਠੀਕ ਹੈ। ਸ਼ਿਕਾਗੋ ਸਿਟੀ ਆਫ ਗਾਰਡਨਸ, ਅਮਰੀਕਾ ਦਾ ਇੱਕ ਸ਼ਹਿਰ ਹੈ ਜੀ ਸ਼ਿਕਾਗੋ, ਤਾਂ ਉਹਨੂੰ ਕੀ ਕਿਹਾ ਜਾਂਦਾ, ਸਿਟੀ ਆਫ ਗਾਰਡਨਸ, ਠੀਕ ਹੈ, ਯਾਦ ਰੱਖਿਓ। ਹੋਰ ਇੱਕ ਬਲੂ ਮਾਊਂਟੇਨਸ ਕਿਹਨੂੰ ਕਹਿੰਦੇ ਜੀ, ਨੀਲਗਿਰੀ ਹਿਲਜ਼ ਨੂੰ, ਠੀਕ ਹੈ। ਨੀਲਗਿਰੀ ਤੋਂ ਯਾਦ ਆਇਆ, ਨੀਲਗਿਰੀ ਦਾ ਸਾਰਿਆਂ ਨਾਲੋਂ ਹਾਈਐਸਟ ਪੁਆਇੰਟ ਕਿਹੜਾ ਜੀ, ਦਾਦਾ ਬੇਟਾ, ਠੀਕ ਹੈ, ਦਾਦਾ ਬੇਟਾ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਾਈਟੈਸਟ ਮੈਟਲ, ਸਾਇੰਸ ਦਾ ਕੁਐਸਚਨ ਹੈ ਜੀ। ਲਾਈਟੈਸਟ ਮੈਟਲ ਕਿਹੜੀ ਹੈ ਜੀ, ਤਾਂ ਉਹ ਹੈਗੀ ਹੈ ਜੀ ਲੀਥੀਅਮ, ਠੀਕ ਹੈ। ਲੀਥੀਅਮ ਹੈ ਜਿਹੜੀ ਉਹ ਲਾਈਟੈਸਟ ਮੈਟਲ ਹੈ। ਪੇਪਰ 'ਚ ਪੁੱਛ ਲੈਣ ਓਸਮੀਅਮ ਕੀ ਹੈ ਜੀ, ਹੈਵੀਐਸਟ ਮੈਟਲ, ਹੈਵੀਐਸਟ ਮੈਟਲ ਪੁੱਛ ਲੈਣ ਤਾਂ ਕਿਹੜੀ ਹੈ ਜੀ, ਓਸਮੀਅਮ ਆ। ਪਲੈਟੀਨਮ ਇਹ ਕੀ ਹੈ ਜੀ, ਹਾਰਡੈਸਟ ਮੈਟਲ ਕਿਹੜੀ ਹੈ ਜੀ। 3 ਕੁਐਸਚਨ ਨੇ, ਜੇ ਪੁੱਛੇ ਲਾਈਟੈਸਟ ਮੈਟਲ ਕਿਹੜੀ ਹੈ ਜੀ, ਤਾਂ ਉਹ ਹੈਗੀ ਹੈ ਜੀ ਤੁਹਾਡੀ ਲੀਥੀਅਮ। ਜੇ ਪੇਪਰ 'ਚ ਪੁੱਛ ਲੈਣ ਹੈਵੀਐਸਟ ਮੈਟਲ ਕਿਹੜੀ ਹੈ ਜੀ, ਤਾਂ ਉਹ ਹੈਗੀ ਹੈ ਜੀ ਓਸਮੀਅਮ। ਜੇ ਪੁੱਛ ਲੈਣ ਹਾਰਡੈਸਟ ਮੈਟਲ ਕਿਹੜੀ ਹੈ, ਹੈਵੀਐਸਟ ਅਤੇ ਹਾਰਡੈਸਟ ਦੇ ਵਿੱਚ ਧਿਆਨ ਰੱਖਿਓ, ਪਲੈਟੀਨਮ ਹਾਰਡੈਸਟ ਹੈ, ਹੈਵੀਐਸਟ ਓਸਮੀਅਮ ਹੈ, ਠੀਕ ਹੈ ਜੀ। ਰੈਡੋਨ ਇਹ ਕੀ ਹੈ ਜੀ, ਹੈਵੀਐਸਟ ਗੈਸ ਹੈ, ਇਹ ਵੀ ਯਾਦ ਰੱਖਿਓ, ਹੈਵੀਐਸਟ ਗੈਸ ਹੈ। ਜੇ ਪੇਪਰ 'ਚ ਪੁੱਛ ਲੈਣ ਲਾਈਟੈਸਟ ਗੈਸ ਕਿਹੜੀ ਹੈ, ਤਾਂ ਉਹ ਹੈਗੇ ਜੀ ਹਾਈਡਰੋਜਨ, ਠੀਕ ਹੈ ਜੀ। ਸੂਰਜ ਆ ਜਿਹੜਾ, ਸੂਰਜ ਦੇ ਵਿੱਚ ਕੀ ਹੈ ਜੀ, ਹਾਈਡਰੋਜਨ ਅਤੇ ਹੀਲੀਅਮ ਦੋ ਮੇਨ ਗੈਸਾਂ ਨੇ ਸੂਰਜ ਦੇ ਵਿੱਚ। ਹਾਈਡਰੋਜਨ ਕੀ ਹੈ ਜੀ, ਹੀਲੀਅਮ ਦੇ ਵਿੱਚ ਕਨਵਰਟ ਹੁੰਦੀ ਰਹਿੰਦੀ ਹੈ, ਕਾਹਦੇ ਕਰਕੇ, ਨਿਊਕਲੀਅਰ ਫਿਜ਼ਨ ਦੇ ਕਰਕੇ, ਠੀਕ ਹੈ, ਯਾਦ ਰੱਖਿਓ। ਲਾਸਟ ਰੂਲਰ ਆਫ ਮੌਰਿਆ ਡਾਇਨੈਸਟੀ, ਮੌਰਿਆ ਵੰਸ਼ ਸੀਗਾ ਜਿਹੜਾ ਜੀ, ਇਹਦਾ ਜਿਹੜਾ ਲਾਸਟ ਰੂਲਰ ਹੈ ਜੀ ਉਹ ਕੌਣ ਹੈ ਜੀ, ਤਾਂ ਉਹ ਹੈਗਾ ਜੀ ਬ੍ਰਿਹਦਰਥਾ, ਬ੍ਰਿਹਦਰਥ ਸੀਗਾ ਜਿਹੜਾ ਉਹ ਲਾਸਟ ਰੂਲਰ ਸੀਗਾ ਮੌਰਿਆ ਵੰਸ਼ ਦਾ। ਅਸ਼ੋਕ ਸੀਗਾ ਜਿਹੜਾ ਤੀਜਾ ਰਾਜਾ ਸੀਗਾ ਜੀ ਮੌਰਿਆ ਵੰਸ਼ ਦਾ। ਮੌਰਿਆ ਵੰਸ਼ ਦਾ ਜਿਹੜਾ ਸੰਸਥਾਪਕ ਸੀਗਾ ਉਹ ਕੌਣ ਸੀਗਾ ਜੀ, ਚੰਦਰ ਗੁਪਤ ਮੌਰਿਆ। ਇਹਨੂੰ ਜਿਹੜਾ ਲੈ ਕੇ ਆਉਣ ਵਾਲਾ ਸੀਗਾ ਉਹ ਕੌਣ ਸੀਗਾ ਜੀ, ਕੌਟਲਿਆ। ਹੋਰ ਕਿਹੜਾ ਨਾਮ ਹੈ ਜੀ ਇਹਦਾ, ਵਿਸ਼ਨੂੰ ਗੁਪਤ, ਠੀਕ ਹੈ ਜੀ। ਚਾਣਕਿਆ ਵੀ ਕਹਿੰਦੇ ਨੇ,
ठीक है, ये गल्लां ध्यान रखियो। इन्हां दी जिहड़ी कटलिया दी जिहड़ी किताब है वो किहड़ी है जी, अर्थ शास्त्रा। अर्थ शास्त्र बहुते बच्चों ਨੂੰ ਕੀ ਲੱਗਦਾ ਹੋਊਗਾ ਵੀ ਕੋਈ ਇਕਨੋਮਿਕਸ ਦੀ ਕਿਤਾਬ ਹੋਣੀ, ਬਟ ਨਹੀਂ, ਇਹ ਕੀ ਹੈ ਜੀ, ਕਿਤਾਬ ਇਹ ਰਿਲੇਟਡ ਹੈਗੀ ਹੈ ਪੋਲੀਟਿਕਸ ਦੇ ਬਾਰੇ, ਵੀ ਮਤਲਬ ਤੁਸੀਂ ਆਪਦੇ ਜਿਹੜੇ ਰਾਜ ਨੇ ਨਾਲ ਦੇ ਜਿਹੜੇ ਗਵਾਂਢੀ ਮੁਲਕ ਨੇ ਉਹਨਾਂ ਦੇ ਨਾਲ ਕਿਵੇਂ ਜਿਹੜੇ ਫਰੈਂਡਲੀ ਰਿਲੇਸ਼ਨ ਹੈ ਜਿਹੜੇ ਬਣਾ ਕੇ ਰੱਖਣੇ ਨੇ, ਕਿਵੇਂ ਪੋਲੀਟਿਕਸ ਕਰਨੀ ਹੈ। ਤਾਂ ਇਹ ਸਾਰੀ ਜਿਹੜੀਆਂ ਗੱਲਾਂ ਨੇ ਅਰਥ ਸ਼ਾਸਤਰ ਦੇ ਵਿੱਚ ਲਿਖੀਆਂ ਨੇ। ਚੰਦਰਗੁਪਤ ਮੌਰਿਆ ਨੂੰ ਜਿਹੜੇ ਗਰੀਕ ਸੀਗੇ ਉਹ ਕਹਿੰਦੇ ਸੀਗੇ ਜੀ ਐਂਦਰੋਕੋਟਸ। ਪੁੱਛਦੇ ਨੇ ਇਹ ਪੇਪਰ ਦੇ ਵਿੱਚ, ਐਂਦਰੋਕੋਤਸ ਕਿਹਨੂੰ ਕਿਹਾ ਜਾਂਦਾ ਜਾਂ ਸੈਂਦਰੋਕੋਤਸ, ਚੰਦਰਗੁਪਤ ਮੌਰਿਆ ਨੂੰ। ਠੀਕ ਹੈ ਜੀ। ਹੋਰ ਲਿਖ ਸਕਦੇ ਹੋ, ਚੰਦਰਗੁਪਤ ਤੋਂ ਬਾਅਦ ਆਇਆ ਜੀ ਬਿੰਦੂਸਾਰ। ਬਿੰਦੂਸਾਰ ਤੋਂ ਬਾਅਦ ਕੌਣ ਆਇਆ ਜੀ, ਅਸ਼ੋਕ ਦਾ ਗ੍ਰੇਟ। ਠੀਕ ਹੈ, 261 BC ਦੇ ਵਿੱਚ ਕਲਿੰਗਾ ਦੀ ਲੜਾਈ ਵਾਸਤੇ ਫੇਮਸ ਹੈ ਜੀ ਅਸ਼ੋਕ, ਵਾਰ ਆਫ ਕਲਿੰਗਾ। ਠੀਕ ਹੈ ਜੀ। ਕਲਿੰਗਾ ਦੀ ਲੜਾਈ ਤੋਂ ਬਾਅਦ ਇਹਨੇ ਕੀ ਕੀਤਾ ਜੀ, ਬੈਰੀ ਘੋਸ਼ਾ ਨੂੰ ਧਰਮ ਘੋਸ਼ਾ ਦੇ ਵਿੱਚ ਕਨਵਰਟ ਕਰਤਾ। ਇਹਨੇ ਬੁੱਧ ਧਰਮ ਹੈ ਜਿਹੜਾ ਉਹ ਅਪਣਾ ਲਿਆ ਸੀ। ਕਿਹਦੇ ਤੋਂ ਪ੍ਰਭਾਵਿਤ ਹੋ ਕੇ, ਉਪਗੁਪਤਾ। ਠੀਕ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਤੇ ਅਸ਼ੋਕ ਨੇ ਆਪਣੇ ਪੁੱਤਰ ਮਨਿੰਦਰ ਨੂੰ ਬੁੱਧ ਧਰਮ ਦੇ ਪ੍ਰਚਾਰ ਦੇ ਲਈ ਸ਼੍ਰੀਲੰਕਾ ਭੇਜਿਆ ਸੀ। ਤੇ ਇੱਕ ਇਹਦੀ ਕੁੜੀ ਬੇਟੀ ਸੀਗੀ ਅਸ਼ੋਕ ਦੀ। ਠੀਕ ਹੈ, ਡਾਟਰ ਸੀਗੀ, ਉਹਦਾ ਨਾਮ ਸੀ ਸੁੰਗਮਿਤਰਾ, ਸੰਘਾਮਿਤਰਾ ਜਾਂ ਸੁੰਗਮਿਤਰਾ। ਠੀਕ ਹੈ, ਮਾੜਾ ਜਿਹਾ ਸਪੈਲਿੰਗ ਐਰਰ ਹੋ ਸਕਦੀ ਹੈ। ਮਨਿੰਦਰ ਤੇ ਸੰਘਮਿਤਰਾ ਨੂੰ ਓਰੀਜਨਲ ਪੀਪਲ ਲੀਫ ਦੇ ਕੇ ਜੀ ਕੀ ਹੈ ਜੀ, ਬੁੱਧ ਧਰਮ ਦੇ ਪ੍ਰਚਾਰ ਦੇ ਲਈ ਸ਼੍ਰੀਲੰਕਾ ਭੇਜਿਆ ਸੀ। ਤੇ ਚੰਦਰਗੁਪਤ ਮੌਰਿਆ ਦੇ ਬਾਰੇ ਥੋੜ੍ਹੀ ਜਿਹੀ ਗੱਲ ਮੈਨੂੰ ਇੱਕ ਹੋਰ ਯਾਦ ਆ ਗਈ ਕਿ ਪੇਪਰ 'ਚ ਪੁੱਛ ਲੈਣ ਕਿ ਚੰਦਰਗੁਪਤ ਮੌਰਿਆ ਕਿਹੜੇ ਧਰਮ ਦੇ ਵਿੱਚ ਐਮਬਰੇਸ ਹੋ ਗਿਆ ਸੀਗਾ, ਤਾਂ ਪ੍ਰਭਾਵਿਤ ਹੋ ਗਿਆ ਸੀਗਾ ਜੈਨਿਜ਼ਮ। ਠੀਕ ਹੈ, ਅਸ਼ੋਕ ਕਿਹੜੇ 'ਚ ਹੋ ਗਿਆ ਸੀਗਾ ਜੀ, ਬੁੱਧ ਧਰਮ ਦੇ ਵਿੱਚ। ਅਸ਼ੋਕ ਨੇ ਆਪਣੇ ਕੀ ਸੀਗੇ ਜੀ 99 ਬ੍ਰਦਰ ਹੈ ਜਿਹੜੇ ਉਹ ਕਿਲ ਕੀਤੇ ਸੀ, ਮਾਰੇ ਸੀ। ਕਿਹਨੂੰ ਛੱਡ ਕੇ ਪੇਪਰ 'ਤੇ ਪੁੱਛ ਸਕਦੇ ਨੇ, ਤਿਸ਼ਾ। ਠੀਕ ਹੈ, TISSA। ਕਲੀਅਰ ਹੈ ਜੀ। ਜੇਕਰ ਤੁਹਾਨੂੰ ਅੱਜ ਦਾ ਲੈਕਚਰ ਹੈ ਜਿਹੜਾ ਉਹ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਤੇ ਆਪਣੀ ਜਿਹੜੀ ਅਕੈਡਮੀ ਹੈ ਉਹ ਮਾਨਸਾ ਦੇ ਵਿੱਚ ਹੈ। ਠੀਕ ਹੈ, ਤਾਂ ਆਪਾਂ ਹੋਰ ਵੀ ਜਿਹੜੀਆਂ ਵੀਡੀਓਜ਼ ਨੇ ਉਹ ਬਣਾਉਂਦੇ ਰਹਿੰਦੇ ਹਾਂ। ਤਾਂ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।